ਸਤਿ ਸ਼੍ਰੀ ਅਕਾਲ ਜੀ। ਪੰਜਾਬ ਹਰਿਆਣਾ ਹਿਮਾਚਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੁੱਦੇ ਕੀ ਬਾਤ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਮੁੱਦੇ ਕੀ ਬਾਤ 'ਚ ਅੱਜ ਗੱਲ UAPA ਨੂੰ ਲੈ ਕੇ ਕਰਾਂਗੇ ਔਰ ਇਸ ਤੇ ਹੋ ਰਹੇ ਵਿਰੋਧ ਨੂੰ ਲੈ ਕੇ ਕਰਾਂਗੇ। ਜੋ तमाम ਸੰਸੇ ਸ਼ੰਕੇ ਜੋ ਸਵਾਲ ਖੜੇ ਹੋ ਰਹੇ ਆ, ਜਿਸ ਤਰੀਕੇ ਨਾਲ ਵੀ क्यों हो रहे हैं, किस कॉन्टेक्स्ट च हो रहे हैं, इस बाबत तो होना की चाहिए है। जो मंगा मंगियां जा रही ने इस कानून को लैके की वो पूरियां होणगियां, हक च नितरे लोगों का इस दे उत्ते की तर्क है, वो भी गल करांगे। इस तो पहला रिपोर्ट ते नज़र मारते हैं। पंजाब भर तो UAPA खिलाफ हो रहे विरोध ने जथेबंदक रूप अख्तियार कर लिया। मोहाली च वक्-वक् धार्मिक ते सियासी जथेबंदियां ने मतवाजी जथेदार बलजीत सिंह दादूवाल की अगवाई हेठ प्रदर्शन किया और इस दौरान उन्होंने इस कानून वापस लैण की भी मंग करदिआं मंग पत्र दिता। UAPA कानून की दुरवरतों की जा रही है। पंजाब के अंदर पहला टाडा ते पोटा की दुरवरतों हुई है। साडे पंजाब नूं तशद्दद का शिकार बनाया गया। हुण जिहड़ा हैगा तशद्दद का शिकार बनाया जा रहा साडे नौजवानों नूं। असीं इस चीज़ के खिलाफ हाँ कि पंजाब सरकार ते केंद्र सरकार इस कानून की दुरवरतों नूं बंद करे और जिहड़े इस कानून के तहत साडे सिख नौजवान फड़े हुए आ उन्हां नूं तुरंत जिहड़ा वो रिहा कीता जावे और भाई लवप्रीत सिंह परिवार नूं पंजाब सरकार बनदा जिहड़ा वो मुआवजा देवे, क्योंकि वो गरीब परिवार आ ते उन्हां दा घर दा चिराग चला गया। ਤਾਂ ਅੰਮ੍ਰਿਤਸਰ 'ਚ UAPA ਕਾਨੂੰਨ ਨੂੰ ਲੈ ਕੇ ਖਹਿਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰ ਸਿੱਖ ਨੌਜਵਾਨਾਂ ਖਿਲਾਫ ਹੋ ਰਹੇ ਤਸ਼ੱਦਦ ਸੰਬੰਧੀ ਦਖਲ ਦੇਣ ਦੀ ਮੰਗ ਰੱਖੀ। ਤਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਵੀ ਮੰਨਿਆ ਕਿ ਪੰਜਾਬ ਦੇ ਮਾਹੌਲ ਨੂੰ ਖੌਫਜ਼ਦਾ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਇੱਕ ਗਰੀਬਾਂ ਨੂੰ ਟਾਰਗੇਟ ਜਿਹੜੇ ਆਵਾਜ਼ ਵੀ ਨਹੀਂ ਚੁੱਕ ਸਕਦੇ, ਸਿੱਖ ਨੌਜਵਾਨ, ਇਹਨਾਂ 'ਚ ਬਹੁਤ ਸਾਰੇ ਦਲਿਤ ਪਰਿਵਾਰ ਨੇ ਜਿਹੜੇ ਬੋਲਣ ਵੀ ਨਾ, ਗੁਨਾਹ ਵੀ ਕਰਦੀ ਹੈ, ਜਬਰ ਵੀ ਕਰਦੀ ਹੈ, ਜੋ ਆਵਾਜ਼ ਵੀ ਨਾ ਆਵੇ। ਇਸ ਲਈ ਇਹ ਸਾਰਾ ਕੇਸ ਸਟੱਡੀ ਡਿਟੇਲਡ ਅਸੀਂ ਜਥੇਦਾਰ ਅਕਾਲ ਤਖ਼ਤ ਸਾਹਿਬ ਦੀ ਕਚਹਿਰੀ ਵਿੱਚ ਛੱਡ ਦਿੱਤਾ ਵਾ। ਉਹਨਾਂ ਨੂੰ ਅਪੀਲ ਕੀਤੀ ਕਿ ਇਹਨਾਂ ਦੀ ਲੜਾਈ ਲੜੋ, ਕਾਨੂੰਨੀ ਲੜਾਈ ਲੜੋ, ਇਨਸਾਨੀ ਹਕੂਕ ਤੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਉਹਦੀ ਲੜਾਈ ਲੜੋ। ਸੁਣ ਕੇ ਮਨ ਬਹੁਤ ਦੁਖੀ ਹੋਇਆ ਕਿ ਬਿਨਾਂ ਕਿਸੇ ਵਜ੍ਹਾ ਦੇ ਜਾਂ ਛੋਟੀ ਵਜ੍ਹਾ ਦੇ ਇਹਨਾਂ ਨੌਜਵਾਨਾਂ ਨੂੰ UAPA ਤਹਿਤ ਜਿਹੜਾ ਹੈ ਉਹ ਮਾਮਲਾ ਦਰਜ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਮਾਹੌਲ ਨੂੰ ਜਿਹੜਾ ਹੈ ਉਹ ਇੱਕ ਕਿਸਮ ਦਾ ਖੌਫਜ਼ਦਾ ਕਰਨ ਦਾ ਯਤਨ ਹੋ ਰਿਹਾ ਹੈ ਸਰਕਾਰ ਵੱਲੋਂ। ਦੱਸ ਦਈਏ ਕਿ ਸੰਗਰੂਰ ਦੇ ਸਿੱਖ ਨੌਜਵਾਨ ਦੀ ਖੁਦਕੁਸ਼ੀ ਤੋਂ ਬਾਅਦ UAPA ਕਾਨੂੰਨ ਪ੍ਰਤੀ ਵਿਰੋਧਤਾ ਕਾਫੀ ਹੋਣ ਲੱਗ ਪਈ ਹੈ ਤੇ ਲੋਕਾਂ ਦਾ ਕਹਿਣਾ ਕਿ ਟਾਡਾ ਵਾਂਗ ਇਸ ਦਾ ਦੁਰਉਪਯੋਗ ਕਰਕੇ ਨਜਾਇਜ਼ ਨੌਜਵਾਨਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਬਿਊਰੋ ਰਿਪੋर्ट जी मीडिया। तमाम सवाल जिन्होंने लेके चर्चा करांगे। जो सवाल दर्शकों तो है वो अहम है, इसलिए दर्शकों की कचहरी 'ਚ सवाल रखने जा रहे हैं कि UAPA तहत सिख नौजवानों को फसाया जा रहा है। 5755 ਤੇ SMS करके तुसी अपना जवाब सानू भेज सकते हो, हाँ ਜਾਂ ना 'ਚ 5757 ਤੇ तुसी हाँ ਜਾਂ ना 'ਚ अपना जवाब सानू भेज सकते हो। और जो ਤੁਹਾਡੀ ਰਾਏ ਹੋਏਗੀ ਉਹ ਅਸੀਂ ਅਖੀਰ 'ਚ ਜਿਹੜਾ ਹੈ ਆਪਣੇ ਸਾਰੇ ਸਰੋਤਿਆਂ ਨਾਲ ਉਸ ਦਾ ਚਾਨਣ ਜ਼ਰੂਰ ਪਾਵਾਂਗੇ। ਤਾਂ ਇਸ ਵੇਲੇ ਕਾਂਗਰਸ ਤੋਂ ਪ੍ਰਿਤਪਾਲ ਸਿੰਘ ਸਾਡੇ ਨਾਲ ਜੁੜ ਰਹੇ ਹਨ। ਜਨਾਬ ਇਸਤਕਬਾਲ ਚਰਚਾ 'ਚ ਆਮ ਆਦਮੀ ਪਾਰਟੀ ਤੋਂ ਕੁਲਤਾਰ ਸੰਧਵਾ ਸਾਡੇ ਨਾਲ ਇਸ ਚਰਚਾ 'ਚ ਸ਼ਾਮਿਲ ਹੋ ਰਹੇ ਆ, ਜੋ ਕਿ ਆਮ ਆਦਮੀ ਪਾਰਟੀ ਤੋਂ ਨੇ, ਵਿਧਾਇਕ ਨੇ। ਤੇ ਗੁਰਚਰਨ ਗਰੇਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਆਪਣੀ ਗੱਲ ਤੇ ਪੱਖ ਰੱਖਣ ਲਈ ਸਾਡੇ ਨਾਲ ਚਰਚਾ ਜੁੜ ਰਹੇ। ਜਨਾਬ ਜੀ ਆਇਆਂ ਨੂੰ। ਸੰਧਵਾ ਸਾਹਿਬ, ਸਭ ਤੋਂ ਪਹਿਲਾਂ ਮੈਂ ਤੁਹਾਡਾ ਪੱਖ ਜਿਹੜਾ ਹੈ ਉਹ ਜ਼ਰੂਰ ਜਾਣਨਾ ਚਾਹੂੰਗਾ, ਤੁਹਾਡੀ ਪਾਰਟੀ ਦਾ ਸਟੈਂਡ ਜਾਣਨਾ ਚਾਹੂੰਗਾ UAPA ਨੂੰ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਾਲੀਵਾਲ ਸਾਹਿਬ ਜੀ, ਦੇਸ਼ ਦੇ ਵਿੱਚ ਐਸੇ ਬਹੁਤ ਸਾਰੇ ਕਾਨੂੰਨ ਨੇ ਜਿਹੜੇ ਕਿ ਵਧੀਆ ਨੇ ਔਰ ਜੇ ਉਹਨਾਂ ਨੂੰ ਕਿਤੇ ਯੂਜ਼ ਕੀਤਾ ਜਾਵੇ ਤੇ ਸਾਰਾ ਕੁਝ ਹੀ ਮਤਲਬ ਜਿਹੜਾ ਅੱਜ ਹਾਲਾਤ ਇਹ ਹੋਏ ਆ ਵੀ ਅਸੀਂ ਆਪਦੇ ਰਿਸ਼ਤਿਆਂ ਦੀ ਪਰਵਾਹ ਨਹੀਂ ਕਰਦੇ, ਮਾਂ-ਬਾਪ ਦੀ ਪਰਵਾਹ ਨਹੀਂ ਕਰਦੇ, ਦੇਸ਼ ਨੂੰ ਛੱਡ ਕੇ ਭੱਜਣ ਲਈ ਤਿਆਰ ਆ।
ਔਰ ਇੱਥੇ ਜਿਹੜਾ ਇਹ ਯੂਏਪੀਏ ਕਾਨੂੰਨ ਹੈ ਜਾਂ ਤੁਸੀਂ NSA ਆ, ਇਹ ਤੇ ਸਿਰਫ ਰਾਜਨੀਤਿਕ ਮਤਲਬ ਇੱਕ ਮਾਹੌਲ ਬਣਾਉਣ ਵਾਸਤੇ, ਕਿਸੇ ਨੂੰ ਟਾਰਗੇਟ ਕਰਨ ਵਾਸਤੇ, ਵੋਟਾਂ ਦਾ ਮਾਹੌਲ ਬਣਾਉਣ ਵਾਸਤੇ। ਅਸੀਂ ਸਿੱਖ, ਪਹਿਲੀ ਗੱਲ ਇਹ ਹੈ, ਤੁਸੀਂ ਸਿੱਖ ਜਿੰਨਾ ਦੇਸ਼ ਭਗਤ, ਸਿੱਖ ਜਿੰਨਾ ਕੁਰਬਾਨੀ ਕਰਨ ਵਾਲਾ ਬੰਦਾ ਕਿਤੇ ਕਦੇ ਕੋਈ ਕੌਮ ਵੇਖੀ ਹੈ ਤੁਸੀਂ ਪਹਿਲਾਂ NSA ਲਾਤਾ ਕਈਆਂ ਤੇ, ਔਰ ਉਹਦੀ ਕਨਵਿਕਸ਼ਨ ਰੇਟ ਕੀ ਹੈ? ਮਤਲਬ ਮੋਰ ਦੈਨ 70% ਡਿੱਗੇ ਕੇਸ। ਮਤਲਬ ਪੁਲਿਸ ਦੀਆਂ ਝੂਠੀਆਂ ਕਹਾਣੀਆਂ ਸੀ, ਸਿਰਫ ਉਹਨਾਂ ਨੇ ਲੁੱਟਮਾਰ ਕਰਨ ਵਾਸਤੇ ਇਹਨੂੰ ਵਰਤਿਆ ਸੀਗਾ। ਉਹੋ ਹੀ ਹਾਲਾਤ UAPA ਦੇ ਆ ਵੀ ਜੇ ਤਾਂ ਤੁਸੀਂ ਚਾਹੁੰਦੇ ਆ ਤਾਂ AK-47 ਜਿਹੜੀ ਅਸਲੀ ਆ ਉਹ ਖਿਡੌਣਾ ਬਣ ਜਾਂਦੀ ਹੈ। ਉਹ ਸਿਰਫ ਇਹਦਾ ਕਾਰਨ ਵੀ ਮੁੰਡਾ ਸਾਡਾ ਉਹਦਾ ਫੈਨ ਹੈ, ਉਹ ਗੋਲੀਆਂ ਚਲਾਉਣ ਵਾਲੇ ਦਾ। ਤੇ ਕਈਆਂ ਵਾਸਤੇ ਤੁਸੀਂ ਕਿਤਾਬਾਂ ਨੂੰ ਵੀ ਬੰਬ ਨਾਲੋਂ ਵੱਧ ਉਹਦੇ ਤੇ NSA ਲਾ ਦਿੰਦੇ ਜੇ ਕੋਈ ਕਿਤਾਬ ਪੜ੍ਹ ਲੈਂਦਾ, ਕਿ ਸਾਡਾ ਸੰਵਿਧਾਨ ਸਾਨੂੰ ਆਗਿਆ ਦਿੰਦਾ ਵੀ ਅਸੀਂ ਕਿਸੇ ਤਰ੍ਹਾਂ ਦਾ ਲਿਟਰੇਚਰ ਪੜ੍ਹ ਸਕਦੇ, ਕੁਝ ਵੀ ਪੜ੍ਹ ਸਕਦੇ ਹਾਂ। ਸੋ ਇਹ ਮਿਸਯੂਜ਼ ਹੋ ਰਿਹਾ ਇਸ ਲਾਅ ਦਾ। ਠੀਕ ਹੈ, ਅਸੀਂ ਕਿਸੇ ਦੇ ਹੱਕ 'ਚ ਨਹੀਂ ਹਾਂ, ਕੋਈ ਬਾਹਰ ਬੈਠਾ ਕੋਈ ਕਿਸੇ ਤਰ੍ਹਾਂ ਦਾ ਨਾਰੀ ਮਾਰੀ ਜਾਂਦਾ, ਕੁਝ ਮਾਰੀ ਜਾਂਦਾ, ਲੇਕਿਨ ਤੁਸੀਂ ਸਿਰਫ ਸਿੱਖਾਂ ਦੇ ਬੱਚਿਆਂ ਨੂੰ ਟਾਰਗੇਟ ਕਰਨਾ, ਤੁਸੀਂ ਗਰੀਬ ਦਲਿਤਾਂ ਦੇ ਬੱਚਿਆਂ ਨੂੰ ਟਾਰਗੇਟ ਕਰਨਾ, ਤੁਸੀਂ ਉਸ ਬੰਦੇ ਨੂੰ ਜਿਹੜਾ ਤੁਹਾਡੀ ਸਰਕਾਰ ਦੀ ਕਾਰਗੁਜ਼ਾਰੀ 'ਚ ਸਵਾਲ ਉਠਾਉਂਦਾ, ਗਰੀਬਾਂ ਦੇ ਮੁੱਦੇ ਉਠਾਉਂਦਾ, ਦਲਿਤਾਂ ਦੇ ਮੁੱਦੇ ਉਠਾਉਂਦਾ, ਕਿਸਾਨਾਂ ਦੇ ਮੁੱਦੇ ਉਠਾਉਂਦਾ, ਤੁਸੀਂ ਉਹਨਾਂ ਨੂੰ ਸੰਧਵਾ ਸਾਹਿਬ ਮਤਲਬ ਇੱਕ ਖਾਸ ਕਾਨੂੰਨ ਦੇ ਤਹਿਤ ਕਾਨੂੰਨ ਨੂੰ ਸਹੀ ਮੰਨਦੇ ਹੋ, ਗਲਤ ਮੰਨਦੇ ਹੋ? ਇਹ ਤਾਂ ਮਤਲਬ ਨੈਚੁਰਲ ਜਸਟਿਸ ਹੈ, ਜਿਹੜਾ ਲਾਅ ਆਫ ਨੈਚੁਰਲ ਜਸਟਿਸ, ਉਹਦੇ ਵੀ ਖਿਲਾਫ ਹੈ ਵੀ ਤੁਸੀਂ ਅਪੀਲ ਦੇ ਲਈ। ਫਿਰ ਕਾਹਦੀ ਸਾਡੀ ਡੈਮੋਕ੍ਰੇਸੀ ਹੋਈ? ਫਿਰ ਇਹਦਾ ਮਤਲਬ ਤੁਸੀਂ ਤਾਂ ਸੰਵਿਧਾਨ ਨੂੰ ਮਿਸਯੂਜ਼ ਕਰ ਰਹੇ ਹੋ। ਠੀਕ ਹੈ। ਗੁਰਚਰਨ ਗਰੇਵਾਲ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਅਕਾਲੀ ਦਲ ਦਾ ਕੀ ਸਟੈਂਡ ਹੈ ਗਰੇਵਾਲ ਸਾਹਿਬ? ਗੁਰਚਰਨ ਦੇ ਨਾਲ ਤੁਹਾਡੀ ਮਿਹਰਬਾਨੀ ਹੋਈ। ਜਿਹੜੀ ਗੱਲ ਤੁਸੀਂ ਇਸ ਕਾਨੂੰਨ ਦੇ ਬਾਰੇ ਜ਼ਿਕਰ ਕੀਤਾ, ਇਹ ਕਾਨੂੰਨ ਜਿਹੜਾ ਵਾ, ਇਹ ਮੈਂ ਸਮਝਦਾ ਕਿ ਇਸ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਦਬਾਉਣ ਵਾਸਤੇ ਇਹ ਕਾਨੂੰਨ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ ਕੋਈ ਨਾ ਕੋਈ ਗਾਹੇ ਆਨੇ ਬਾਨੇ ਬਣਦਾ ਰਿਹਾ। ਵੈਸੇ ਇਹ ਕਾਨੂੰਨ ਦੀ ਪੈਦਾਇਸ਼ ਜਿਹੜੀ ਆ 1967 ਵਿੱਚ ਹੋਈ ਸੀ, ਜਦੋਂ ਕਾਂਗਰਸ ਦੀ ਸਰਕਾਰ ਸੀ, ਤੇ ਉਸ ਤੋਂ ਬਾਅਦ ਬੜੇ ਬੜੇ ਕਾਨੂੰਨ ਆਏ, ਕੋਟਾ ਆ ਗਿਆ, NSA ਆ ਗਿਆ, ਟਾਡਾ ਆ ਗਿਆ। ਇਹਨਾਂ ਬੜੇ ਕਾਲੇ ਕਾਨੂੰਨਾਂ ਦੇ ਵਿੱਚ ਜਿਵੇਂ ਸੰਧਵਾ ਸਾਹਿਬ ਨੇ ਜ਼ਿਕਰ ਕੀਤਾ, ਦਰਦ ਵੀ ਪ੍ਰਗਟ ਕੀਤਾ ਕਿ ਖਾਸ ਤੌਰ ਤੇ ਸਿੱਖਾਂ ਦੇ ਨਾਲ ਜਾਂ ਘੱਟ ਗਿਣਤੀ ਮੁਸਲਮਾਨਾਂ ਦੇ ਨਾਲ ਜਾਂ ਹੋਰ ਕੋਈ ਜਿਹੜੇ ਲੋਕ ਨੇ ਜਾਂ ਸਿਆਸੀ ਕਹਿੰਦੇ ਹੁੰਦੇ ਆ ਤੰਤਰ ਦੇ ਅਧੀਨ ਜਿਹੜੇ ਵਿਰੋਧੀ ਲੋਕ ਆ, ਉਹਨਾਂ ਤੇ ਵਰਤਣ ਦੀ ਗੱਲ ਹੋਈ ਆ। ਸੋ ਇਹ ਕਾਨੂੰਨ ਦਾ ਜਿਹੜਾ ਹੁਣ ਵੱਡਾ ਦਰਦ ਸਾਡੇ ਸਾਹਮਣੇ ਆਇਆ, ਉਹ ਖਾਸ ਤੌਰ ਤੇ ਪੰਜਾਬ ਦੀ ਸਰਕਾਰ ਵੱਲੋਂ ਜਿਹੜੇ ਧੜਾ ਨੌਜਵਾਨ, ਚਾਹੇ 2020 ਦਾ ਮਸਲਾ ਹੈ, ਚਾਹੇ ਉਹ ਸਿੱਖ ਫॉर ਜਸਟਿਸ ਵਾਲਾ, ਜਿਹੜਾ ਕਿ ਜਿਹਦਾ ਕੋਈ ਨਾ ਮੂੰਹ ਆ ਨਾ ਸਿਰਾ, ਉਹਦਾ ਹਲੇ ਪਤਾ ਹੀ ਨਹੀਂਗਾ ਕਿ ਉਹ ਸਿੱਖਾਂ ਦੇ ਹੱਕ 'ਚ ਆ ਜਾਂ ਸਿੱਖਾਂ ਦੇ ਖਿਲਾਫ ਆ, ਉਹ ਕਿਹੜੀ ਸਰਕਾਰ ਦੀ ਏਜੰਸੀ ਦਾ ਬੰਦਾ ਵਾ। ਸੋ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਬਹੁਤ ਵਧੀਆ ਗੱਲ ਕੀਤੀ ਸੀ ਕੁਝ ਦਿਨ ਪਹਿਲਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ, ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਨੌਜਵਾਨਾਂ ਨੂੰ ਖਾਸ ਤੌਰ ਤੇ ਦਲਿਤ ਜਿਹੜੇ ਆ, ਜਿਹੜੇ ਗਰੀਬ ਲੋਕ ਨੇ, ਉਹਨਾਂ ਨੂੰ ਇਹਦੇ ਵਿੱਚ ਜਗੜਿਆ ਜਾ ਰਿਹਾ ਤੇ ਫਸਾਇਆ ਜਾ ਰਿਹਾ। ਇਹ ਬੜੀ ਮਾੜੀ ਗੱਲ ਆ, ਬੜੀ ਵੱਡੀ ਆਵਾਜ਼ ਬੁਲੰਦ ਕੀਤੀ ਸੀ, ਭਾਵੇਂ ਕਿ ਉਹਨਾਂ ਦੀ ਇਸ ਆਵਾਜ਼ ਨੂੰ ਵੱਖਵਾਦ ਦਾ ਨਾਮ ਵੀ ਦਿੱਤਾ ਗਿਆ। ਬੜੀਆਂ ਸਾਰੀਆਂ ਪਾਰਟੀਆਂ ਨੇ, ਸਾਡੇ ਭਰਾ ਬੈਠੇ ਨੇ ਪ੍ਰਿਤਪਾਲ ਸਿੰਘ ਜੀ, ਬੜੇ ਸਿਆਣੇ ਨੇ, ਬੜੇ ਸੁਲਝੇ ਨੌਜਵਾਨ ਨੇ, ਇਹਨਾਂ ਨੇ ਵੀ, ਇਹਨਾਂ ਦੀ ਪਾਰਟੀ ਨੇ ਵੀ ਇਹ ਗੱਲ ਕਹੀ ਕਿ ਜੀ ਵੱਖਵਾਦ ਦੀ ਗੱਲ ਕਰਦੇ ਆ, ਜਥੇਦਾਰ ਫਲਾਨੀ ਗੱਲ ਕਰਦਾ, ਦੇਸ਼ ਤੋੜਨ ਦੀ ਗੱਲ ਕਰਦਾ। ਸੋ ਇਹ ਜਿਹੜਾ ਵਰਤਾਰਾ ਵਾ, ਇਹ ਮੈਂ ਸਮਝਦਾ ਕਿ ਘੱਟ ਗਿਣਤੀਆਂ ਦੇ ਹੱਡਾਂ ਦੇ ਉੱਤੇ ਬੜਾ ਵੱਡਾ ਸੇਕ ਆ। ਸੋ ਇਹ ਜਿਹੜਾ ਕਾਨੂੰਨ ਹੈ, ਇਹ ਮਾੜਾ ਵਾ। ਇਹ ਕਾਨੂੰਨ ਦੇ ਵਿੱਚ ਅਮੈਂਡਮੈਂਟ ਜਿਹੜੀ ਕੇਂਦਰ ਦੀ ਹੁਣ ਸਰਕਾਰ ਨੇ 2019 ਚ ਕੀਤੀ ਆ, ਇਹ ਵੀ ਬੜੀ ਮਾੜੀ ਆ। ਸੋ ਇਹਦਾ ਜਿਹੜਾ ਵਰਤਾਰਾ ਵਰਤ ਰਿਹਾ ਪੰਜਾਬ ਦੇ ਅੰਦਰ, ਇਹ ਬੜਾ ਮਾੜਾ। ਇਹ ਇਸ ਗੱਲ ਦੀ ਅਸੀਂ ਡਟ ਕੇ ਨਿਖੇਧੀ ਵੀ ਕਰਦੇ ਹਾਂ ਤੇ ਡਟ ਕੇ ਵਿਰੋਧ ਕਰਦੇ ਹਾਂ। ਠੀਕ ਹੈ। ਪ੍ਰਿਤਪਾਲ ਸਿੰਘ, ਤੁਹਾਡੀ ਪਾਰਟੀ ਦੇ ਉੱਤੇ ਸਵਾਲ ਜਿਹੜੇ ਆ ਬਾਰ-ਬਾਰ ਖੜੇ ਹੋ ਰਹੇ ਆ, ਇਹ ਗੱਲ ਕਹੀ ਜਾ ਰਹੀ ਹੈ, ਹਾਲਾਂਕਿ ਤੁਹਾਡੀ ਪਾਰਟੀ ਜਿਹੜਾ ਹੈ ਉਹ ਇਸ ਦਾ ਵਿਰੋਧ ਕਰਦੀ ਹੈ, ਅਮੈਂਡਮੈਂਟ ਦਾ ਵਿਰੋਧ ਕਰਦੀ ਹੈ, ਤੇ ਉੱਥੇ ਜਿੱਥੇ ਤੁਹਾਡੀ ਸਰਕਾਰ ਹੈ, ਜਿੱਥੇ ਬਹੁ ਗਿਣਤੀ ਸਿੱਖ ਨੇ ਤੇ ਇੱਕ ਸਿੱਖ ਮੁੱਖ ਮੰਤਰੀ ਹੈ ਤੇ ਕਿੰਨੇ ਹੀ ਵਜ਼ੀਰ ਨੇ ਜਿਹੜੇ ਕਿ ਉਹ ਇਸੇ ਧਰਮ ਨਾਲ ਤਾਲੁਕ ਰੱਖਦੇ ਆ, ਪਰ ਸਵਾਲ ਤੁਹਾਡੀ ਤੇ ਉੱਠ ਰਹੇ ਆ ਕਿ ਇਸ ਦਾ ਕਾਨੂੰਨ ਦਾ ਮਿਸਯੂਜ਼ ਹੋ ਰਿਹਾ ਹੈ ਔਰ ਸ਼ਰੇਆਮ ਜਿਹੜਾ ਹੈ ਉਹ ਡਰਾਇਆ ਧਮਕਾ ਰਿਹਾ ਜਾਏ। ਨਵਜੋਤ ਜੀ, ਗੱਲ ਇਹ ਆ ਕਿ ਮੈਂ ਤੇ ਸਾਡੀ ਪਾਰਟੀ ਇਸ ਹੱਕ 'ਚ ਆ
ਕਿ ਚਾਹੇ 10 ਜਿਹੜੇ ਦੋਸ਼ੀ ਆ ਉਹ ਛੁੱਟ ਜਾਣ, ਪਰ ਕਿਸੇ ਬਦੋਸ਼ੀ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਤੇ ਉਹਦੇ ਤੇ ਕੋਈ ਜ਼ੁਲਮ ਨਹੀਂ ਹੋਣਾ ਚਾਹੀਦਾ। ਜਿਹੜਾ ਇਹ ਕੇਸ ਸੀਗਾ ਲਵਪ੍ਰੀਤ ਸਿੰਘ ਵਾਲਾ, ਇਹਦੀ ਜਾਂਚ ਮੋਹਾਲੀ ਪੁਲਿਸ ਕਰ ਰਹੀ ਹੈ। NIA ਨੇ ਉਹਨੂੰ ਬੁਲਾਇਆ, ਕੀ ਗੱਲ ਹੋਈ ਕੀ ਨਹੀਂ ਹੋਈ, ਉਹਦੇ ਲਈ ਜਾਂਚ ਕਮੇਟੀ ਆਲਰੇਡੀ ਬਣ ਚੁੱਕੀ ਹੈ। ਤੇ ਬਹੁਤ ਮਾੜਾ ਹੋਇਆ ਉਹਨੇ ਖੁਦਕੁਸ਼ੀ ਕੀਤੀ। ਬਟ ਮੈਂ ਤੁਹਾਨੂੰ ਇੱਕ ਥੋੜੀ ਜਿਹੀ ਡਿਟੇਲ ਦੱਸਣਾ ਚਾਹੂੰਗਾ ਕਿ ਪੂਰੇ ਹਿੰਦੁਸਤਾਨ ਤੇ ਪੰਜਾਬ ਦੇ ਨਾਲ UAP ਦੇ ਵਿੱਚ ਕਿੰਨਾ ਕੁ ਫਰਕ ਹੈ, ਡਿਫਰੈਂਸ ਹੈਗਾ ਵਾ। 94 ਕੇਸਿਸ ਰਜਿਸਟਰਡ ਹੋਏ ਨੇ 2009 ਤੋਂ ਲੈ ਕੇ ਤਿਲ ਹੁਣ ਤੱਕ, ਜਿਹਦੇ ਵਿੱਚ ਹੁਣ ਜਿਹੜੇ ਜਦੋਂ ਦੀ ਕਾਂਗਰਸ ਗਵਰਨਮੈਂਟ ਆਈ ਹੈ ਤਾਂ 2017 ਦੇ ਵਿੱਚ 7 ਹੋਏ ਸੀਗੇ, 18 ਦੇ ਵਿੱਚ 6, 19 ਦੇ ਵਿੱਚ 12 ਤੇ 20 ਦੇ ਵਿੱਚ 9 ਮੁਕੱਦਮੇ ਦਰਜ ਹੋਏ ਨੇ ਇਸ ਕਾਨੂੰਨ ਦੇ ਤਹਿਤ, ਜਿਹਦੇ ਤੇ ਨੀਅਰ ਬਾਏ 370 ਲੋਕ ਫੜੇ ਗਏ। ਤੇ ਬੇਸਿਕਲੀ ਇਹ ਕਹਾਣੀ ਕੀ ਬਣਦੀ ਪਈ ਹੈ, ਜਦੋਂ ਦਾ ਸਿੱਖ ਫॉर ਜਸਟਿਸ ਦਾ ਜਿਹੜਾ ਇਹ ਹੁਣ ਰੈਫਰੈਂਡਮ ਦੇ ਨਾਮ ਤੇ ਇੱਕ ਗੁਰਪੰਥ ਪੰਨੂ ਲੈ ਕੇ ਆਇਆ ਹੋਇਆ ਵਾ, ਇਹਨਾਂ ਨੇ ਇੱਕ ਮਾਹੌਲ ਖਰਾਬ ਕਰਨਾ ਸ਼ੁਰੂ ਕਰਤਾ। ਅਸੀਂ ਤਾਂ ਪਹਿਲਾਂ ਮੰਗ ਕੀਤੀ ਸੀ ਕਿ ਇਹਨਾਂ ਨੂੰ ਨੈਸ਼ਨਲ ਕ੍ਰਿਮੀਨਲ ਵਾਂਟਡ ਲਿਸਟ ਵੀ ਪਾਓ। ਉਹ MHA ਨੇ ਸਾਡੀ ਬੇਨਤੀ ਮੰਨਦੇ ਹੋਏ 8-9 ਜਾਣੇ ਉਹ ਕਰਤੇ ਨੇ, ਜਿਹਦੇ ਚ ਪੰਨੂ ਵੀ ਹੈਗਾ ਵਾ, ਪਰਮਜੀਤ ਸਿੰਘ ਬੱਬਰ ਖਾਲਸਾ, ਹਰਦੀਪ ਨਿੱਜਰ, ਗੁਰਮੀਤ ਸਿੰਘ, ਰਣਜੀਤ ਸਿੰਘ, ਅਲੱਗ-ਅਲੱਗ ਲੋਕ ਨੇ ਜਿਨ੍ਹਾਂ ਨੂੰ ਵਾਂਟਡ ਲਿਸਟ ਚ ਪਾਇਆ। ਤੇ ਹੁਣ ਜੇ ਆਪਾਂ ਲਾਈਜਰ ਵਾਈਡ ਐਂਗਲ ਤੇ ਦੇਖੀਏ, ਮੈਂ ਪੰਜਾਬ ਦੇ ਕੇਸਾਂ ਦੀ ਹਿਸਟਰੀ ਦੱਸੀ ਆ, ਉੱਥੇ ਇੰਡੀਆ ਦੇ ਕੇਸਾਂ ਦੀ ਹਿਸਟਰੀ ਦੱਸਦਾ। ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦਾ ਡਾਟਾ ਹੈ, 2014 ਦੇ ਵਿੱਚ 976 ਮੁਕੱਦਮੇ ਦਰਜ ਹੋਏ, 2015 ਦੇ ਵਿੱਚ 897 ਮੁਕੱਦਮੇ ਦਰਜ ਹੋਏ, 2016 ਦੇ ਵਿੱਚ 922 ਮੁਕੱਦਮੇ ਦਰਜ ਹੋਏ, 2017 ਚ 901 ਤੇ 2018 ਤੱਕ ਦਾ ਮੇਰੇ ਕੋਲ ਡਾਟਾ ਉਹ ਚ 1182 ਮੁਕੱਦਮੇ ਦਰਜ ਹੋਏ ਆ। ਪਹਿਲੀ ਗੱਲ ਤਾਂ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਇੱਕ ਪੀਸ ਦਾ ਮਾਹੌਲ ਚੱਲ ਪਿਆ, ਚਾਹੇ ਬਾਰਡਰ ਤੋਂ ਬਹੁਤ ਕ੍ਰਾਸ ਜਿਹੜੀ ਐਂਟੀ ਟੈਰਰਿਸਟ ਐਕਟੀਵਿਟੀਜ਼ ਨੇ ਉਹ ਚੱਲ ਰਹੀਆਂ ਨੇ, ਪਰ ਕਈ ਹੱਦ ਤੱਕ ਅਸੀਂ ਇਸ ਨੂੰ ਕਾਬੂ ਕੀਤਾ ਹੋਇਆ। ਜਿਹੜੇ ਪੁਰਾਣੇ ਮੁਕੱਦਮਿਆਂ ਦੇ ਵੀ ਮੈਂ ਨੰਬਰ ਫਿਗਰਸ ਦਿੱਤੇ ਆ, ਉਸ ਅਕੋਰਡਿੰਗਲੀ ਵੀ ਇਹ ਦਿਖਦਾ ਪਿਆ ਕਿ ਕ੍ਰਾਈਮ ਰੇਸ਼ੋ ਦੇ ਵਿੱਚ ਤੇ ਲੋਕਾਂ ਨੂੰ ਜਿਹੜਾ ਬਹਿਲਾ ਕੇ ਇਹ ਜੇ ਲੋਕ ਆਪ ਦੇ ਨਾਲ ਜੋੜਦੇ ਸੀ ਉਹਦੇ ਚ ਠੱਲ ਪਈ ਆ। ਹੁਣ ਦੂਸਰਾ ਐਂਗਲ ਜਿਸ ਚੀਜ਼ ਦਾ ਵਿਰੋਧ ਹੈਗਾ, ਕਾਨੂੰਨ ਨੂੰ ਸਹੀ ਮੰਨਦੇ ਹੋ ਗਲਤ ਮੰਨਦੇ ਹੋ? ਦੇਖੋ ਜੀ, ਪਾਰਟੀ ਐਂਡ ਤੇ ਆਪਾਂ ਪੰਜਾਬ ਦੇ ਵਿੱਚ ਜਿੱਥੇ ਲਾਅ ਹੈਗਾ, ਤੇ ਜੇ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਉੱਥੇ ਸੱਚ ਦੀ ਆਵਾਜ਼ ਦੱਬਣ ਲਈ ਇਹ ਕਾਨੂੰਨ ਦਾ ਇਸਤੇਮਾਲ ਹੋ ਰਿਹਾ ਵਾ। ਪੰਜਾਬ ਬੜਾ ਸਿੱਧੀ ਜੀ ਗੱਲ ਕਰ, ਬਿਲਕੁਲ ਨਹੀਂ ਹੋ ਰਿਹਾ। ਮੈਂ ਇਸੇ ਲਈ ਡਾਟੇ ਦੇ ਰਿਹਾ ਕਿ ਹਿੰਦੁਸਤਾਨ ਦੇ ਵਿੱਚ ਕਿੰਨੇ ਕੇਸ ਹੋਏ ਤੇ ਪੰਜਾਬ ਦੇ ਵਿੱਚ ਕਿੰਨੇ ਰਜਿਸਟਰਡ ਹੋਏ, ਕਿਉਂਕਿ ਅਗਰ ਟੈਰਰਿਸਟ ਜਿਹੜੀ ਹੁਣ ਇਹ ਵਾਲਾ ਕੇਸ ਵੀ ਇਹ NIA ਕਰ ਰਹੀ ਹੈ ਤਫਤੀਸ਼, ਇਹਦੇ ਲਿੰਕ ਵੀ ਸ਼੍ਰੀਨਗਰ ਨਾਲ ਜੁੜੇ ਹੋਏ ਆ, ਉੱਥੋਂ ਤੋਂ ਲੈ ਕੇ ਜਿਹਦੇ ਚ ਅਮਰੀਕ ਸਿੰਘ ਅਜਨਾਲਾ ਤੱਕ ਦੀ ਵੀ ਕੁਐਸਚਨਿੰਗ ਹੋਈ ਹੈ NIA ਵੱਲੋਂ। ਉਹਨਾਂ ਨੇ 18 ਮਹੀਨੇ ਅਸੀਂ ਆਪਦੀ ਇਨਵੈਸਟੀਗੇਸ਼ਨ ਕੀਤੀ, ਬਟ ਤੱਥ ਨਾ ਸਾਹਮਣੇ ਉਹਦੇ ਕਰਕੇ ਅਸੀਂ NIA ਦੇ ਹਵਾਲੇ ਕੇਸ ਕੀਤਾ ਸੀ, ਜਿਨ੍ਹਾਂ ਨੇ ਇਹਨਾਂ ਤੇ ਇਨਵੈਸਟੀਗੇਸ਼ਨ ਕੀਤੀ ਹੈ। ਕਿ ਮੈਂ ਪਹਿਲੀ ਗੱਲ ਆਖੀ ਹੈ ਕਿ ਕੋਈ ਬੇਦੋਸ਼ਾ ਨਹੀਂ ਫੜਿਆ ਜਾਣਾ ਚਾਹੀਦਾ ਤੇ ਉਹਨੂੰ ਕੈਦ ਨਹੀਂ ਹੋਣੀ ਚਾਹੀਦੀ। ਇਹ ਸਾਡੀ ਪਾਰਟੀ ਦਾ ਇੱਕ ਅਸੂਲ ਹੈ ਤੇ ਹਰੇਕ ਬੰਦਾ ਇਹੀ ਚਾਹੁੰਦਾ। ਤੇ ਸੈਕੰਡਲੀ ਮੈਂ ਉਹੀ ਗੱਲ ਕਰ ਰਿਹਾ, ਹੁਣ ਲਾਰਜਰ ਐਂਡ ਅਗਰ ਲਵਪ੍ਰੀਤ ਮਾਮਲੇ ਦੇ ਪਾਰਟੀ ਦਾ ਕੀ ਸਟੈਂਡ ਰਹੂਗਾ ਤੇ ਗਵਰਨਮੈਂਟ ਕੀ ਕਰੂਗੀ, ਸਟੇਟ ਗਵਰਨਮੈਂਟ? ਕਿਸ ਰਿਪੀਟ ਕਰਿਓ? ਲਵਪ੍ਰੀਤ ਦੀ ਮੌਤ ਮਾਮਲੇ ਦੀ ਗੱਲ ਕਰ। ਮੈਂ ਲਵਪ੍ਰੀਤ ਦੇ ਮਾਮਲੇ 'ਚ ਮੈਂ ਦੱਸ ਚੁੱਕਿਆ ਕਿ ਮੋਹਾਲੀ ਪੁਲਿਸ ਇਸ ਦੀ ਜਾਂਚ ਕਰਨੀ ਆਲਰੇਡੀ ਕਮੇਟੀ ਬਣਾਤੀ ਗਈ ਹੈ, ਜਿਹੜੀ ਇਸ ਚੀਜ਼ ਨੂੰ ਇਨਵੈਸਟੀਗੇਟ ਕਰ ਰਹੀ ਹੈ ਕਿ ਕਿਉਂ ਹੋਇਆ, ਅਗਰ ਉਹ ਸੀਗਾ ਦੋਸ਼ੀ ਕਿ ਨਹੀਂ ਸੀਗਾ। ਇਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਲੀਅਰ ਆਊਟ ਹੋ ਜਾਊਗਾ। ਮੋਹਾਲੀ ਪੁਲਿਸ ਇਸ ਤੇ ਕੰਮ ਕਰ ਰਹੀ ਹੈ ਜੀ। ਸੰਧਵਾ ਸਾਹਿਬ, ਜਿਹੜੀ ਇਸ ਦੀ ਦੁਰਵਰਤੋਂ ਦੇ ਸਵਾਲ ਖੜੇ ਹੋ ਰਹੇ ਆ, ਉਹ ਸਵਾਲ ਗੈਰ ਵਾਜਬ ਨੇ। ਬਹੁਤ ਸਾਰੇ ਦਲ ਇਹ ਗੱਲ ਕਹਿੰਦੇ ਆ ਕਿ ਜਿਹੜੇ ਸਵਾਲ ਕਰ ਰਹੇ ਨੇ ਉਹ ਵੀ ਲੋਕ ਗਲਤ ਨੇ। ਕੀ ਲੋਕਤੰਤਰ ਦੇ ਵਿੱਚ ਆਪਣੀ ਗੱਲ ਰੱਖਣੀ ਵੀ ਗੈਰ ਕਾਨੂੰਨੀ ਹੋਇਆ? ਬਿਲਕੁਲ ਨਹੀਂ ਜੀ, ਇਹ ਲੋਕ ਆਪਦੀ ਇੱਕ ਮਾਹੌਲ ਬਣਾਉਣ ਵਾਸਤੇ ਪੰਜਾਬ ਦੇ ਵਿੱਚ ਹੈ ਕਿ ਪੰਜਾਬ ਦੇ ਵਿੱਚ ਅੱਜ ਮਜ਼ਦੂਰ ਰੋਟੀ ਤੋਂ ਆਤਰ ਹੈ, ਉਹਨੂੰ ਕੰਮ ਨਹੀਂ ਮਿਲ ਰਿਹਾ, ਮੁਲਾਜ਼ਮ ਦਾ ਬੜਾ ਬੁਰਾ ਹਾਲ ਹੋਇਆ ਪਿਆ ਜੀ, ਉਹਨਾਂ ਦੀ ਤਨਖਾਹਾਂ ਕੱਟੀ ਜਾਂਦੇ ਆ, ਕਿਸਾਨਾਂ ਨੂੰ ਆਪਦਾ ਭਵਿੱਖ ਧੁੰਦਲਾ ਦਿਖਾਈ ਦਿੰਦਾ ਹੈ, ਹਰ ਪਾਸੇ ਰਿਸ਼ਵਤਖੋਰੀ ਹੈ, ਬੁਰੇ ਹਾਲ ਨੇ, ਹਸਪਤਾਲਾਂ ਦੇ ਵਿੱਚ ਇਲਾਜ ਨਹੀਂ ਹੋ ਰਿਹਾ, ਮਤਲਬ ਇੱਕ ਤਰ੍ਹਾਂ ਦੀ ਐਮਰਜੈਂਸੀ ਲੱਗੀ ਹੋਈ ਹੈ। ਔਰ ਇਹਨਾਂ ਚੀਜ਼ਾਂ ਤੋਂ ਧਿਆਨ ਹਟਾਉਣ ਵਾਸਤੇ ਇਹਦੀ ਮਿਸਯੂਜ਼ ਹੋ ਰਿਹਾ। ਇਹਨਾਂ ਕਾਨੂੰਨਾਂ ਦਾ ਮਤਲਬ ਪਹਿਲੀ ਗੱਲ ਤਾਂ ਕਾਨੂੰਨ ਗਲਤ ਹੈ, ਦੂਜੀ ਗੱਲ ਹੈ ਮਿਸਯੂਜ਼ ਹੋ ਰਿਹਾ। ਤੁਸੀਂ ਦੱਸੋ ਵੀ ਕਿਤਾਬਾਂ ਦੇ ਬੰਬ ਕਿਵੇਂ ਬਣ ਜਾਣਗੇ ਜੀ? ਕਿਤਾਬਾਂ ਜਿਨ੍ਹਾਂ ਕੋਲ ਬੱਚਿਆਂ ਨੇ ਕਿਤਾਬਾਂ ਪੜ੍ਹੀਆਂ ਸੀ ਉਹਨਾਂ ਤੇ ਮਤਲਬ NSA ਲਾਤਾ ਜੀ। ਮਤਲਬ ਇਸ ਤਰ੍ਹਾਂ ਦੇ ਕਾਨੂੰਨ, ਔਰ ਜਿਹੜੇ ਬੰਦੇ ਨੇ ਸ਼ਰੇਆਮ
ਮਤਲਬ AK-47 ਨਾਲ ਫਾਇਰ ਕੀਤੇ, ਉਹਨੂੰ ਖਿਡੌਣਾ ਬਣਾਤਾ। ਸੋ ਇਹ ਮਿਸਯੂਜ਼ ਹੋ ਰਿਹਾ। ਉਹ ਹੋ ਇਸ ਕਰਕੇ ਰਿਹਾ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਖੁੱਲ੍ਹ ਦੇ ਛੱਡੀ ਆ ਵੀ ਜਿਹਨੂੰ ਮਰਜ਼ੀ ਤੁਸੀਂ ਚੋਰ ਬਣਾ ਦਿਓ, ਜਿਹਨੂੰ ਮਰਜ਼ੀ ਸਾਧ ਬਣਾ ਦਿਓ, ਪਰ ਸਾਡੀਆਂ ਮਤਲਬ ਇੱਕ ਤਰ੍ਹਾਂ ਦਾ ਡਰ ਦਾ ਮਾਹੌਲ ਬਣਿਆ ਰਵੇ, ਲੋਕ ਆਪਦੀ ਆਵਾਜ਼ ਨਾ ਚੱਕਣ। ਸੋ ਇਹ ਮਿਸਯੂਜ਼ ਅੱਜ ਵੀ ਪਹਿਲਾਂ ਵੀ ਹੁੰਦਾ, ਪਹਿਲਾਂ ਤਾਂ ਬਹੁਤ ਜ਼ਿਆਦਾ ਹੋਇਆ। ਪਹਿਲਾਂ ਫਰੋਤੀਆਂ ਹੋਈਆਂ, ਲੋਕਾਂ ਨੇ ਗਿਣਤੀਆਂ ਕਰ ਕਰਕੇ ਵੀ ਅੱਜ 50 ਮਾਰਨੇ ਸੀ, ਅੱਜ 49 ਹੀ ਮਰੇ ਆ। ਮਤਲਬ ਲੋਕਾਂ ਦੇ ਘਰ ਉਜਾੜਤੇ ਜੀ। ਤੁਸੀਂ ਜੇ ਕੋਈ ਬੰਦਾ ਕੋਈ ਕਰਦਾ ਗਲਤ, ਪਹਿਲੀ ਗੱਲ ਤਾਂ ਅਸੀਂ ਕਿਸੇ ਗੱਲ ਦੇ, ਕਿਸੇ ਦੇਸ਼ ਨੂੰ ਤੋੜਨ ਵਾਲੀ ਕਿਸੇ ਗੱਲ ਦੇ ਹੱਕ 'ਚ ਨਹੀਂ ਹੈ। ਉਹ ਜਿਹੜੀ ਇਹਨਾਂ ਦੇ ਇੱਕ ਇਹਨਾਂ ਨੇ ਗੱਲ, ਗਰੇਵਾਲ ਸਾਹਿਬ ਨੇ ਗੱਲ ਕੀਤੀ ਸੀ, ਉਹ ਬੰਦੇ ਦਾ ਪਤਾ ਹੀ ਨਹੀਂ ਬਿਲਕੁਲ। ਉਹਨਾਂ ਦੀ ਗੱਲ ਨਾਲ ਮੈਂ ਸਹਿਮਤ ਹਾਂ। ਇੱਕ ਪਾਸੇ ਤਾਂ ਵਿਧਾਨ ਸਭਾ ਦੇ ਵਿੱਚ ਬੰਦੇ ਆ ਕੇ ਕਹਿੰਦੇ ਅਸੀਂ ਅੱਤਵਾਦੀ ਆ, ਅਸੀਂ ਅੱਤਵਾਦੀ ਸੀ, ਉਹਨਾਂ ਨੂੰ ਆਪਾਂ ਮਤਲਬ ਵਿਧਾਨਕ ਪੋਸਟਾਂ ਦੇ ਰਹੇ ਹਾਂ। ਦੂਜੇ ਪਾਸੇ ਜਿਹੜੇ ਸ਼ਰੀਫ ਬੰਦੇ ਆ, ਉਹਨਾਂ ਦੀਆਂ ਤਾਰਾਂ ਕਿਤੇ ISI ਨਾਲ ਜੋੜ ਦਿੱਤੀਆਂ। ਜਿਹੜੇ ਗੁਰੂ ਦੀ ਬੇਅਦਬੀ ਦੇ ਖਿਲਾਫ ਆਵਾਜ਼ਾਂ ਉਠਾਉਂਦੇ ਆ, ਉਹਨਾਂ ਨੂੰ ਕਦੇ ISI ਏਜੰਟ, ਕਦੇ ਕੁਝ। ਸੋ ਹਰੇਕ ਥਾਂ ਤੇ ਹਰੇਕ ਮਤਲਬ ਸਰਕਾਰ ਕਾਨੂੰਨਾਂ ਦੀ ਮਿਸਯੂਜ਼ ਕਰਦੀ, ਔਰ ਇਸ ਤਰ੍ਹਾਂ ਦੇ ਕਾਨੂੰਨ ਬਣਨੇ ਜਿਨ੍ਹਾਂ ਦੇ ਵਿੱਚ ਤੁਸੀਂ ਮਤਲਬ ਲਾਅ ਆਫ ਨੈਚੁਰਲ ਜਸਟਿਸ ਆ, ਉਹਨੂੰ ਤੁਸੀਂ ਇਗਨੋਰ ਕਰਤਾ ਬਿਲਕੁਲ। ਤੁਸੀਂ ਸੰਵਿਧਾਨ ਦੀਆਂ ਧੱਜੀਆਂ ਉਡਾਤੀਆਂ। ਸੋ ਇਹ ਮਿਸਯੂਜ਼ ਹੋ ਰਿਹਾ ਜੀ, ਔਰ ਇਹ ਬੜੇ, ਮੈਂ ਬੋਲਡਲੀ ਕਹਿ ਰਿਹਾ, ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਪੰਜਾਬ ਦੇ ਵਿੱਚ ਤਾਂ ਬੜੇ ਵੱਡੇ ਮਤਲਬ ਬਹੁਤ ਜ਼ਿਆਦਾ ਮਤਲਬ ਜ਼ਾਲਮਾਨਾ ਤਰੀਕੇ ਨਾਲ ਇਹ ਮਿਸਯੂਜ਼ ਹੋ ਰਿਹਾ। ਕਿ ਬੱਚਾ ਖੁਦਕੁਸ਼ੀ ਕਰ ਜਾਏ, ਅਗਰ ਤੁਹਾਡੀ NIA ਨੇ ਬੁਲਾਇਆ ਤਾਂ ਸਰਕਾਰ ਉਹਦੇ ਨਾਲ ਖੜੇ, ਉਹਨੂੰ ਹੌਸਲਾ ਤਾਂ ਹੋਵੇ ਕਿਸੇ ਗਰੀਬ ਨੂੰ ਵੀ ਸਾਡੀ ਸਰਕਾਰ ਸਾਡੇ ਨਾਲ ਖੜੀ ਆ। ਤੁਸੀਂ ਮਤਲਬ ਸਿਰਫ ਜੇ ਕਿਸੇ ਨੇ ਪੱਗ ਬੰਨ ਲਈ ਤੇ ਉਹਨੂੰ ਤੁਸੀਂ ਅੱਤਵਾਦੀ ਬਣਾ ਦਿਓਗੇ। ਬਾਰਡਰ ਤੇ ਜਦੋਂ ਚਾਈਨਾ ਵਾਲਿਆਂ ਨਾਲ ਲੜਨਾ ਹੁੰਦਾ ਉਦੋਂ ਤਾਂ ਸਾਡੇ ਬੱਚੇ ਲੜਨ, ਇੱਥੇ ਤੁਸੀਂ ਉਹਨਾਂ ਨੂੰ ਡਰਾ ਕੇ ਰੱਖਦੇ ਹੋ। ਪ੍ਰਿਤਪਾਲ ਜੀ, ਸਾਡੀ ਦੇਸ਼ ਭਗਤੀ ਦੇ ਵਿੱਚ ਕਮੀ ਕੀ ਆ, ਤੁਸੀਂ ਇਹ ਦੱਸੋ। ਸਾਡੀਆਂ ਕੁਰਬਾਨੀਆਂ ਦੇ ਵਿੱਚ ਕਮੀ ਕੀ ਆ? ਦੇਖੋ ਗੱਲ ਇਹ ਆ ਕੁਲਤਾਰ ਜੀ, ਤੁਸੀਂ ਵੱਡੇ ਭਾਈ ਹੋ ਮੇਰੇ, ਗੱਲ ਇਹ ਆ, ਗੱਲਾਂ ਸੋਭਦੀਆਂ ਨਹੀਂ। ਮੈਂ ਪਹਿਲਾਂ ਇੱਕ ਫਿਗਰ ਜਾਰੀ ਕੀਤੀਆਂ ਕਿ ਹਿੰਦੁਸਤਾਨ ਦੇ ਵਿੱਚ ਕਿੰਨਾ UAPA ਲੱਗੇ ਨੇ, ਪੰਜਾਬ ਦੇ ਵਿੱਚ ਕੀ ਨੰਬਰਸ ਨੇ। 0.5% ਵੀ ਹੈ ਨਹੀਂਗਾ। ਤੁਸੀਂ ਕਿੱਥੇ ਧੱਕੇ ਦੀ ਗੱਲ ਕਰ ਰਹੇ ਹੋ? ਅਸੀਂ ਤਾਂ ਖੜੇ ਆ ਲੋਕਾਂ ਨਾਲ। ਮੈਂ ਤਾਂ ਕਹਿ ਰਿਹਾ ਕਨਵੈਨਸ਼ਨ ਰੇਟ ਪਹਿਲਾਂ ਬਹੁਤ ਜ਼ਿਆਦਾ ਸੀ। ਗੱਲ ਤਾਂ ਅਸਹਿਜ ਮਾਹੌਲ ਦੀ ਹੈ ਨਾ। ਲੋਕਾਂ ਦੇ ਅੰਦਰ ਜਿਹੜੀ ਅਸਹਿਜਤਾ ਕਿਉਂ ਪੈਦਾ ਹੋ ਰਹੀ ਹੈ, ਕਿਉਂ ਇਹ ਗੱਲਾਂ ਉੱਠ ਰਹੀਆਂ ਨੇ? ਜਿਹੜੀ ਮਾਂ ਦਾ ਬੱਚਾ ਮਰ ਗਿਆ ਧਾਲੀਵਾਲ ਸਾਹਿਬ, ਇਹ ਘੱਟ ਗਿਣਤੀ ਹੈ। ਬਿਲਕੁਲ ਮੈਂ ਉਹੀ ਸਵਾਲ ਪੁੱਛ ਰਿਹਾ ਵੀ ਇਹ ਘੱਟ ਗਿਣਤੀਆਂ ਦੇ ਖਿਲਾਫ ਹੈ, ਇਹ ਕਾਲਾ ਕਾਨੂੰਨ ਹੈ, ਸਿੱਖਾਂ ਦੇ ਖਿਲਾਫ ਹੈ। ਅਜਿਹੀ ਗੱਲਾਂ ਕਿੱਥੋਂ ਆਈਆਂ? ਇਹ ਗੱਲਾਂ ਸੁਸਾਇਟੀ 'ਚ ਕਿੱਥੋਂ ਆਈਆਂ? ਦੇਖੋ ਗੱਲ ਇਹ ਹੈ ਕਿ ਜਿੱਦੇ ਮੂੰਹ ਉਨੀਆਂ ਗੱਲਾਂ। ਗੱਲ ਜਦੋਂ ਮੈਂ ਇੱਕ ਕਹਿ ਰਿਹਾ ਕਿ ਜਿੰਨੇ ਮੈਂ ਕੇਸ ਰਜਿਸਟਰਡ ਹੋਇਆ UAPA ਦੇ ਵਿੱਚ, ਉਹਨਾਂ ਦੇ ਮੈਂ ਨੰਬਰਸ ਤੁਹਾਨੂੰ ਦੇ ਰਿਹਾ ਵਾਂ। ਤੇ ਅਗਰ ਆਪਾਂ ਉਸ UAPA ਦੇ ਨੰਬਰ ਬਾਕੀ ਹਿੰਦੁਸਤਾਨ ਨਾਲ ਕੰਪੈਰੀਜ਼ਨ ਕਰੀਏ, 0.5% ਦੀ ਗੱਲ ਆ ਰਹੀ ਹੈ। ਜਦੋਂ ਕਿ ਆਪਾਂ ਇੱਕ ਬਾਰਡਰ ਸਟੇਟ ਹੈ ਤੇ ਉੱਥੇ ਵੀ ਅਸੀਂ ਸਾਰੇ ਹੈ ਹੀ 2% ਭਾਈ ਸਾਹਿਬ। ਮੈਂ ਉਹੀ ਗੱਲ ਕਹਿ ਰਿਹਾ ਜੀ। ਜਦੋਂ ਮੈਂ ਇਸ ਕੰਮ ਦੀ ਗੱਲ ਕਰਦਾ ਕਿ ਪੂਰੇ ਹਿੰਦੁਸਤਾਨ ਲੈਵਲ ਦੇ ਉੱਪਰ, ਤਾਂ ਮੈਂ ਕਹਿੰਦਾ ਕਿ ਵਿਕਾਸ ਦੁਬੇ ਦੇ ਉੱਪਰ ਵੀ UAPA ਹੀ ਲੱਗਣਾ ਚਾਹੀਦਾ ਸੀ, ਕਿਉਂਕਿ ਧਰਮ ਤੇ ਜਾਤੀ ਦੇ ਆਧਾਰ ਦੇਖ ਕੇ ਨਹੀਂ ਇਹ UAPA ਲਾਉਣਾ ਚਾਹੀਦਾ। ਚਾਹੇ ਮੈਂ ਉਹ ਦਿੱਲੀ ਦੰਗਿਆਂ ਦੇ ਵਿੱਚ ਤਾਹਿਰ ਅਹਿਮਦ ਦੀ ਗੱਲ ਕਰ ਦੋ, ਚਾਹੇ ਇਹ ਆਪ ਦਾ ਉਹ ਕਾਉਂਸਲਰ ਸੀ, ਬਟ ਮੈਂ ਕਪਿਲ ਮਿਸ਼ਰਾ ਦੇ ਖਿਲਾਫ ਵੀ ਓਨਾ ਹੀ ਹੈ, ਕਿਉਂਕਿ ਉਹਨੇ ਵੀ ਭੜਕਾਹਟ ਉੱਥੇ ਪੂਰੀ ਕੀਤੀ ਹੈ। ਇਸ ਚੀਜ਼ ਲਈ ਇਸ ਚੀਜ਼ ਦੇ ਦੋ ਮਾਪਦੰਡ ਨਹੀਂ ਰੱਖਣੇ ਚਾਹੀਦੇ। ਸਾਡੀ ਪਾਰਟੀ ਦਾ ਬੜਾ ਕਲੀਅਰ ਸਟੈਂਡ ਹੈ ਇਸ ਉੱਪਰ। ਬਟ ਜੇ ਕੋਈ ਟੈਰਰਿਜ਼ਮ ਦੇਸ਼ ਦੇ ਵਿੱਚ ਫੈਲਾਊਗਾ, ਕੋਈ ਘਟੀਆ ਰਾਜਨੀਤੀ ਕਰੂਗਾ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ, ਉਹਦੇ ਲਈ ਤਾਂ ਅਸੀਂ ਇੱਕ ਲਾਅ ਬਣਿਆ ਹੋਇਆ, ਉਹਦੇ ਖਿਲਾਫ ਕਰ ਰਹੇ ਹਾਂ। ਡਾਟਾ ਮੈਂ ਤੁਹਾਨੂੰ ਦੇ ਰਿਹਾ ਕਿ ਅਸੀਂ ਇਸ ਕਾਨੂੰਨ ਦੇ ਖਿਲਾਫ ਮੈਂ ਵਕਫੇ ਲਈ ਰੁਕਣਾ। ਗਰੇਵਾਲ ਸਾਹਿਬ, ਤੁਹਾਡੇ ਤੋਂ ਇਹ ਜ਼ਰੂਰ ਪੁੱਛਦਾ ਹੋਇਆ ਜਾਊਂਗਾ, ਇੱਕ ਚੀਜ਼ ਮੈਂ ਜੇ ਲੋਕ ਅਸਹਿਜ ਮਹਿਸੂਸ ਕਰ ਰਹੇ ਆ, ਪੰਜਾਬ ਦੀ ਜਿਹੜੀ ਘੱਟ ਗਿਣਤੀਆਂ ਨੇ ਉਹ ਜੋ ਅਸਹਿਜ ਮਹਿਸੂਸ ਕਰ ਰਹੇ ਨੇ, ਸਿੱਖ ਜਾਂ ਹੋਰ ਜਾਤੀਆਂ ਅਸਹਿਜ ਮਹਿਸੂਸ ਕਰ ਰਹੀਆਂ ਨੇ, ਉਹਨਾਂ ਦਾ ਵਾਲੀ ਵਾਰਸ ਕੌਣ ਹੈ? ਕਿਹੜੀ ਧਿਰ ਆ ਕੇ ਬਾਹ ਫੜੂਗੀ? ਕਿਹੜੀ ਹਿੱਕ ਠੋਕ ਕੇ ਕਹੂਗੀ ਕਿ ਤੁਸੀਂ ਗਲਤ ਅਮੈਂਡਮੈਂਟ ਕੀਤੀ ਹੈ? ਗਰੇਵਾਲ ਸਾਹਿਬ, ਹਾਂਜੀ ਹਾਂਜੀ, ਮੈਂ ਤੁਹਾਨੂੰ ਸਵਾਲ ਪਾਇਆ ਹੈ, ਮੇਰਾ ਸਵਾਲ ਪਹੁੰਚਿਆ? ਹਾਂਜੀ ਹਾਂਜੀ, ਤੁਸੀਂ ਕਿਹਾ ਬ੍ਰੇਕ ਤੇ ਜਾ ਰਹੇ ਹੋ। ਠੀਕ ਹੈ, ਚਲੋ ਗਰੇਵਾਲ ਸਾਹਿਬ, ਮੈਂ ਬ੍ਰੇਕ ਤੋਂ ਬਾਅਦ ਹੀ ਜਿਹੜਾ ਤੁਹਾਡੇ ਤੋਂ ਜਵਾਬ ਲਊਂਗਾ, ਪਰ ਸਵਾਲ ਮੈਂ ਤੁਹਾਨੂੰ ਹੀ ਪਾਇਆ ਸੀਗਾ। ਖੈਰ, ਇੱਕ ਵਕਫੇ ਲਈ ਰੁਕਦੇ ਹਾਂ। ਔਰ ਸਵਾਲ ਸਾਡਾ ਦਰਸ਼ਕਾਂ ਤੋਂ ਇਹ ਹੈ ਕਿ UAPA ਤਹਿਤ ਸਿੱਖ ਨੌਜਵਾਨਾਂ ਨੂੰ ਕੀ ਫਸਾਇਆ ਜਾ ਰਿਹਾ, ਹਾਂ ਜਾਂ ਨਾ 'ਚ ਤੁਸੀਂ ਆਪਣਾ ਜਵਾਬ 5755 ਤੇ ਭੇਜ ਸਕਦੇ ਹੋ।
ਵਕਫੇ ਉਪਰੰਤ ਸਵਾਗਤ ਹੈ ਔਰ ਮਹਿਮਾਨ ਲਗਾਤਾਰ ਬਣੇ ਹੋਏ ਨੇ। ਗਰੇਵਾਲ ਸਾਹਿਬ, ਮੈਂ ਸਵਾਲ ਇੱਕ ਵਾਰ ਫੇਰ ਤੋਂ ਤੁਹਾਨੂੰ ਦੁਹਰਾ ਦੇਣਾ ਜਿੱਥੇ ਛੱਡ ਕੇ ਗਿਆ ਸੀ। ਲੋਕ ਅਸਹਿਜ ਮਹਿਸੂਸ ਕਰ ਰਹੇ ਨੇ, ਖੁਦ ਨੂੰ ਮਹਿਫੂਜ਼ ਨਹੀਂ ਮੰਨ ਰਹੇ ਇਸ ਕਾਨੂੰਨ ਤਹਿਤ ਤੇ ਇਸ ਨੂੰ ਕਾਲਾ ਕਾਨੂੰਨ ਦੱਸ ਰਹੇ ਆ। ਇਹ ਮਾਹੌਲ ਕਿਉਂ ਪੈਦਾ ਹੋਇਆ ਤੇ ਜਿਹੜੀਆਂ ਧਿਰਾਂ ਹਮੇਸ਼ਾ ਜਮਹੂਰੀ ਢਾਂਚੇ ਦੀ ਗੱਲ ਕਰਦੀਆਂ, ਰਾਜਾਂ ਨੂੰ ਵਧੇਰੇ ਅਧਿਕਾਰ ਦੀ ਗੱਲ ਕਰਦੀਆਂ, ਪਿਛੜੀ ਜਾਤੀਆਂ ਦੇ ਹੱਕ 'ਚ ਪੱਖ 'ਚ ਖੜਦੀਆਂ ਆਈਆਂ ਨੇ, ਅੱਜ ਉਹ ਦਲ ਉਹ ਧੜੇ ਕੀ ਕਰਨਗੇ? ਇੱਕ ਚੰਗਾ ਸਵਾਲ ਹੈ ਤੁਹਾਡਾ। ਮੈਂ ਇਤਫਾਕਨ ਬੈਠਾ ਸੋਚ ਰਿਹਾ ਸੀ ਤੁਹਾਡੀ ਬ੍ਰੇਕ ਦੇ ਵਿੱਚ ਕਿ ਜਿੰਨੇ ਵੀ ਪੈਨਲਿਸਟ ਬੈਠੇ ਆ ਇਹ ਸਾਰੇ ਹੀ ਸਿੱਖ ਨੇ ਤੇ ਤੁਸੀਂ ਵੀ ਕਹਿ ਲਓ ਵੀ ਗੁਰੂ ਦੀ ਕਿਰਪਾ ਸਾਰਿਆਂ ਦਾ ਦਰਦ ਵੀ ਇੱਕੋ ਹੀ ਆ। ਮੈਂ ਭਾਵੇਂ ਮੇਰੀ ਬਹੁਤ ਕੋਸ਼ਿਸ਼ ਹੁੰਦੀ ਹੈ ਕਿ ਬੇਲੋੜੀ ਰਾਜਨੀਤੀ ਨਾ ਵੜੀ ਜਾਵੇ, ਪਰ ਮੈਂ ਸਮਝਦਾ ਕਿ ਇਹ ਜਿਹੜਾ ਇਸ ਦਾ ਦਰਦ ਆ ਅਸੀਂ ਸਾਰੇ ਬੜੇ ਚੰਗੀ ਤਰ੍ਹਾਂ ਹੰਡਾ ਰਹੇ ਹਾਂ। ਪਰ ਉਹਦੇ 'ਚ ਮੈਂ ਲੋੜ ਨਾ ਸਮਝਦਿਆਂ ਹੋਇਆ ਵੀ ਮੈਨੂੰ ਇਹ ਗੱਲ ਕਰਨੀ ਪੈ ਰਹੀ ਹੈ ਕਿ ਹਿੰਦੁਸਤਾਨ ਦੇ ਅੰਦਰ ਜੋ ਕੁਝ ਵਾਪਰ ਰਿਹਾ, ਮੈਂ ਪਹਿਲਾਂ ਹੀ ਇਹ ਗੱਲ ਕੀਤੀ ਹੈ ਕਿ ਕੋਈ ਵੀ ਦਿੱਲੀ ਦੇ ਤਖਤ ਤੇ ਆਇਆ, ਚਾਹੇ ਉਹ ਕਾਂਗਰਸਾਈ ਜਾਂ ਹੁਣ ਅੱਜ ਦੀ ਤਰੀਕ 'ਚ ਕਹਿ ਲਈਏ ਕਿ ਸਾਡੇ ਭਾਈਵਾਲ ਨੇ ਜਾਂ ਅਸੀਂ ਉਹਨਾਂ ਦੇ ਵਿੱਚ ਸ਼ਾਮਲ ਹਾਂ, ਇਹ ਕਿਸੇ ਨੇ ਵੀ ਸਿੱਖਾਂ ਦੇ ਦਰਦ ਤੇ ਮਲਮ ਲਾਉਣ ਦੀ ਗੱਲ ਨਹੀਂ ਕੀਤੀ। ਬਹੁਤ ਮਾੜੀ ਗੱਲ ਆ। ਹੋ ਸਕਦਾ ਰਾਜਨੀਤੀ ਦੇ ਤਹਿਤ ਕੁਝ ਐਸੀਆਂ ਗੱਲਾਂ ਹੋਣਗੀਆਂ ਜਿਹੜੇ ਉਦਾਹਰਨ ਤੌਰ ਤੇ ਆਪਾਂ ਕਰ ਸਕਦੇ ਹਾਂ, ਪਰ ਮੈਂ ਅੱਜ ਇਹ ਗੱਲ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਅੰਦਰ ਮੈਂ ਇਹ ਆਪਣੇ ਸਾਡੇ ਛੋਟੇ ਵੀਰ ਪ੍ਰਿਤਪਾਲ ਸਿੰਘ ਨੂੰ ਜ਼ਰੂਰ ਮੇਰੇ ਨਾਲ ਸਹਿਮਤ ਹੋਣਗੇ ਕਿ ਪੰਜਾਬ ਦੇ ਅੰਦਰ ਬੇਲੋੜੀ ਕਹਿੰਦੇ ਦਾ ਰੌਲਾ ਪਾਇਆ ਜਾ ਰਿਹਾ। ਹੁਣ ਦੇਖੋ, ਮੈਂ ਗੱਲ ਭਾਵੇਂ ਸਾਡੇ ਵਿਸ਼ੇ ਤੋਂ ਬਾਹਰ ਆ, ਮੈਂ ਇਹ ਗੱਲ ਪਹਿਲਾਂ ਹੀ ਕਲੀਅਰ ਕਰਦਾ ਕਿ ਅਕਾਲੀ ਦਲ ਦਾ ਖਾਲਿਸਤਾਨ ਏਜੰਡਾ ਨਹੀਂ, ਨਾ ਸਮਰਥਨ ਕਰਦਾ, ਪਰ ਇਸ ਪੰਜਾਬ ਦੇ ਅੰਦਰ ਸਿਮਰਨਜੀਤ ਸਿੰਘ ਮਾਨ, ਦਲ ਖਾਲਸਾ ਵਾ, ਹੋਰ ਸਾਰੇ ਲੋਕ ਖਾਲਿਸਤਾਨ ਦੀ ਗੱਲ ਕਰਦੇ ਆ। ਇਹ ਆਪਣੇ ਤੌਰ ਤੇ ਉਹਨਾਂ ਜਥੇਬੰਦੀਆਂ ਦਾ ਫੈਸਲਾ, ਉਹ ਕਹਿੰਦੇ ਆ ਵੀ ਕਾਨੂੰਨ ਸਾਨੂੰ ਇਸ ਗੱਲ ਲਈ ਅਧਿਕਾਰ ਦਿੰਦਾ, ਪਰ ਇੱਥੇ ਬੇਲੋੜਾ ਜਦੋਂ ਕਿ ਕੋਈ ਵੀ ਬੰਦਾ ਇੱਥੇ 2020 ਦਾ ਸਮਰਥਕ ਨਹੀਂ ਹੈਗਾ, ਪਰ ਇੱਥੇ ਬਹੁਤ ਵੱਡਾ ਹੁਕਮਾ ਖੜਾ ਕੀਤਾ ਜਾਂਦਾ। ਉਹਦੇ ਤਹਿਤ ਜੇ ਕਿਸੇ ਨੇ ਵਿਚਾਰੇ ਬੱਚੇ ਨੇ, ਕਿਸੇ ਨੇ ਉਹਦੇ ਚ ਉਹਨੂੰ ਕਹਿੰਦੇ ਆ ਪੋਸਟ ਪਾਤੀ ਜਾਂ ਉਹਦਾ ਸਮਰਥਨ ਕਰਦਾ ਜਿਹਨੂੰ ਇਸ ਗੱਲ ਦੀ ਸੋਝੀ ਹੋਈ ਨਹੀਂ ਗਈ ਕਿਉਂਕਿ ਗੁੰਮਰਾਹ ਕੀਤਾ ਗਿਆ। ਸੋ ਮੈਂ ਤਾਂ ਇਹ ਕਹਿੰਦਾ ਕਿ ਇਸ ਪੰਜਾਬ ਦੇ ਨੁਮਾਇੰਦੇ ਇਹ ਗੱਲ ਕਹਿੰਦੇ ਆ ਪਿਛਲੇ ਸਮੇਂ ਦੇ ਅੰਦਰ ਜਿਹੜੀ ਬੇਲੋੜੀ ਆ ਕਿ ਜਿਹੜਾ ਕਰਤਾਰਪੁਰ ਲਾਂਘਾ ਵਾ ਉਹਦੇ ਜਿਹੜਾ ਨੌਜਵਾਨ ਜਾਊਗਾ 3 ਘੰਟਿਆਂ 'ਚ ਪਾਕਿਸਤਾਨ ਕਰਤਾਰਪੁਰ ਸਾਹਿਬ ਜਾ ਕੇ ਅੱਤਵਾਦੀ ਬਣ ਕੇ ਵਾਪਸ ਆਊਗਾ। ਉਹ ਇਹ ਗੱਲਾਂ ਅਸੀਂ ਜਾਣਬੁੱਝ ਕੇ ਕਰਦੇ ਹਾਂ ਕਿ ਅਸੀਂ ਇੱਕ ਵਰਗ ਦੀਆਂ ਵੋਟਾਂ ਨੂੰ ਆਪਦੇ ਨਾਲ ਰੱਖੀ ਕਰਨ ਲਈ ਇਹ ਕੰਮ ਕਰਦੇ ਹਾਂ, ਜਿਹੜੀ ਇਹ ਚੰਗੀ ਗੱਲ ਨਹੀਂ ਹੈਗੀ। ਮੈਂ ਪਹਿਲਾਂ ਹੀ ਗਰੇਵਾਲ ਸਾਹਿਬ, ਚਲੋ ਮੈਂ ਇਸ ਗੱਲ ਲਈ ਤੁਹਾਡਾ ਸ਼ੁਕਰੀਆ ਕਰਦਾ ਕਿ ਤੁਸੀਂ ਇਹ ਗੱਲ ਮਹਿਸੂਸ ਕੀਤੀ, ਤੁਸੀਂ ਦਰਦ ਦੀ ਗੱਲ ਕਰ ਰਹੇ ਹੋ, ਪਰ ਇਹ ਵੀ ਗੱਲ ਮੰਨਦੇ ਹੋ ਹਰੇਕ ਧਿਰ, ਚਾਹੇ ਉਹ ਕੋਈ ਹੈ, ਚਾਹੇ ਤੁਹਾਡੀ ਪਾਰਟੀ ਹੈ, ਚਾਹੇ ਹੋਰ ਪਾਰਟੀਆਂ ਨੇ, ਹਰੇਕ ਆਪਣੇ ਮੁਫਾਦ ਦੇ ਅੱਗੇ ਕਿਤੇ ਨਾ ਕਿਤੇ ਧੌਣਾ ਝੁਕਾਏ ਆ, ਚਾਹੇ ਉਹ ਕਿਤੇ ਕਸ਼ਮੀਰ ਵਾਲਾ ਮਸਲਾ ਹੋਵੇ ਜਾਂ ਕੋਈ ਐਕਟ ਵਾਲਾ ਮਸਲਾ ਹੋਵੇ। ਨਹੀਂ, ਇਸ ਗੱਲ ਦੇ ਉੱਤੇ ਕੋਈ ਵੀ ਸਮਝੌਤਾ ਨਹੀਂ। ਅਕਾਲੀ ਦਲ ਜਿਹੜਾ ਵਾ ਇਹ ਘੱਟ ਗਿਣਤੀਆਂ ਦੇ ਮਸਲਿਆਂ ਨੂੰ ਲੈ ਕੇ ਹਮੇਸ਼ਾ, ਭਾਵੇਂ ਕੋਈ ਵੀ ਸਰਕਾਰ ਹੋਈ, ਭਾਵੇਂ ਹੁਣ ਅਸੀਂ ਉਹਦੇ 'ਚ ਭਾਈਵਾਲ ਆ, ਇਸ ਗੱਲ ਲਈ ਅਸੀਂ ਹਮੇਸ਼ਾ ਮੁੱਦਾ ਉਠਾਉਂਦੇ ਰਹੇ ਹਾਂ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀ ਕਿਹਾ, ਉਸ ਤੋਂ ਇਲਾਵਾ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਨੇ ਬਹੁਤ ਜ਼ੋਰ ਨਾਲ ਇਹ ਗੱਲ ਕਹੀ ਕਿ ਇਸ ਜਿਹੜੇ ਆ UAPA ਦੇ ਅਧੀਨ ਜਿਹੜੇ ਬੱਚੇ, ਜਿਹੜੇ ਨੌਜਵਾਨ ਇਸ ਗੱਲ ਲਈ ਗ੍ਰਿਫਤਾਰ ਕੀਤੇ ਜਾ ਰਹੇ ਆ, ਇਹਨਾਂ ਦਾ ਡਟ ਕੇ ਵਿਰੋਧ ਕਰ ਰਹੇ ਆ। ਉਹ ਆਪਣੇ ਤੌਰ ਤੇ ਜਦੋਂ ਪਾਰਟੀ ਲੈਵਲ ਤੇ ਕਰ ਰਹੇ ਹੋਣਗੇ, ਪਰ ਅੱਜ ਤਾਂ ਬਿਲਕੁਲ ਜਿਹੜੀ ਇੱਕ ਤੁਸੀਂ ਜ਼ਿਕਰ ਕੀਤਾ ਸੀ ਕੌਣ ਬਾਂਹ ਫੜੂਗਾ, ਬਾਂਹ ਤਾਂ ਦੇਖੋ ਸਿੱਖਾਂ ਦੇ ਜਿਹੜੇ ਸਿਧਾਂਤ ਨੇ ਉਹਨਾਂ ਦੇ ਤਹਿਤ ਸਾਡੇ। ਇੱਕ ਮਿੰਟ ਲਈ ਗਰੇਵਾਲ ਸਾਹਿਬ, ਜੇ ਸਾਰੇ ਆਪਣਾ ਇਹ ਥੋੜਾ ਜਿਹਾ ਸਿਆਸੀ ਮੁਫਾਦ ਇੱਕ ਪਾਸੇ ਰੱਖ ਕੇ ਜੇ ਸਾਰੀਆਂ ਧਿਰਾਂ ਇਕੱਠੇ ਹੋ ਕੇ ਜਾਂਦੀਆਂ ਨੇ ਸਟੇਟ ਦੀ ਜਿਹੜੀ ਪਾਰਟੀਆਂ ਨੇ, ਕੀ ਨਹੀਂ ਪ੍ਰੈਸ਼ਰ ਪਊਗਾ, ਕਿ ਨਹੀਂ ਉਹਦੇ ਵਿੱਚ ਤਰਮੀਮ ਹੋਊਗੀ? ਇਹ ਤਾਂ ਸਿੱਧਾ ਹੀ ਸਾਡੇ ਜਮਹੂਰੀ ਢਾਂਚੇ ਦੇ ਉੱਤੇ ਸਿੱਧਾ ਡੱਕ ਹੈ। ਅਸੀਂ ਰਾਜਾਂ ਨੂੰ ਵਧੇਰੇ ਅਧਿਕਾਰ ਦੇਣ ਦੀ ਗੱਲ ਕਰਦੇ ਹਾਂ ਤਾਂ ਸਿੱਧੇ ਹੀ ਅਧਿਕਾਰ ਸਾਡੇ ਤੋਂ ਖੋਲਿਆ ਜਾਂਦਾ, ਕਦੇ ਪਾਣੀ ਦੇ ਖੋਲੇ, ਕਦੇ ਬਿਜਲੀ ਦੇ ਖੋਲੇ, ਇਹਦਾ ਤਰੀਕੇਕਾਰ ਸਾਡੇ ਤੋਂ ਲੈ ਜਾਂਦੇ, ਅਸੀਂ ਚੁੱਪ ਕਰਕੇ ਬੈਠੇ ਰਹਿੰਦੇ ਹਾਂ। ਧਾਲੀਵਾਲ ਸਾਹਿਬ ਉਸੇ ਵੱਲ ਹੀ ਇੱਕ ਕਦਮ ਹੈ। ਇੱਕ ਜਿਹੜੇ ਜਥੇਦਾਰ ਸਾਹਿਬ ਨੇ ਇਹ ਜ਼ਿਕਰ ਕਰਤਾ ਕਿ ਇਹਦੇ ਬਾਰੇ ਜਿਹੜੇ ਬੱਚੇ ਨੇ ਉਹਨਾਂ ਦੀ ਖੈਰਖਵਾਹੀ ਕਰੇ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਨੇ ਕਹਿ ਦਿੱਤਾ, ਮੇਰੀ ਪ੍ਰਧਾਨ ਸਾਹਿਬ ਨਾਲ ਜ਼ਿਕਰ ਹੋਇਆ, ਉਹ ਇਸ ਗੱਲ ਦੇ ਬਾਰੇ 'ਚ ਜਲਦੀ ਕੋਈ ਮੀਟਿੰਗ ਬੁਲਾ ਕੇ ਇਹਦੇ ਬਾਰੇ ਕਰਨਗੇ। ਜਿਹੜੇ ਕੋਈ ਨੌਜਵਾਨ ਫੜੇ ਗਏ ਆ, ਗਰੀਬ ਲੋਕ ਨੇ, ਦਲਿਤ ਨੇ, ਉਹਨਾਂ ਦਾ ਜਿਹੜਾ ਕਿਉਂਕਿ ਇਹ ਕਾਨੂੰਨ ਬੜਾ ਮਾੜਾ, ਜਿਹਦੇ ਲਈ ਸਾਨੂੰ ਬੜੀ ਵੱਡੀ ਪੱਧਰ ਤੇ ਕਾਨੂੰਨੀ ਚਾਰਜ ਕਰਨੇ ਪੜੇ। ਇਹ ਇਸ ਗੱਲ ਵਾਸਤੇ ਜਿਹੜਾ ਉਸ ਕਾਨੂੰਨ ਦਾ ਵਿਰੋਧ ਆ ਉਹਦੇ ਵਾਸਤੇ ਇੱਕ ਪਹਿਲਾ ਕਦਮ ਹੈ। ਮੈਂ ਸਮਝ ਰਿਹਾ
ਜਿਹਦੇ ਵਿੱਚ ਕੀ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਸਾਰੀ ਸਮੁੱਚੀ ਸਿੱਖਾਂ ਦੀ ਸੰਸਥਾ ਉਹ ਇਸ ਗੱਲ ਲਈ ਕਦਮ ਪੁੱਟਣ ਜਾ ਰਹੀ ਹੈ ਕਿ ਅਸੀਂ ਇਸ ਜਿਹੜਾ ਨਜਾਇਜ਼ ਹੋ ਰਿਹਾ। ਮੈਂ ਪ੍ਰਿਤਪਾਲ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਜੇ ਕੋਈ ਜਾਣਬੁੱਝ ਕੇ ਇਹ ਗੱਲਾਂ ਕਰਦਾ, ਹਰਕਤਾਂ ਕਰਦਾ, ਹੁਣ ਦੇਖੋ ਮੈਂ ਤੁਹਾਨੂੰ ਜਾਣਨੀ ਹੋਏਗੀ ਕਿ ਇੱਕ ਮੇਰਾ ਪੁਆਇੰਟ ਜ਼ਰੂਰ ਸੁਣੋ ਜੀ ਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਜਰਮਨ ਦੇ ਅੰਦਰ, ਕੁਝ ਹੋਰ ਥਾਵਾਂ ਦੇ ਅੰਦਰ ਐਸੇ ਲੋਕਾਂ ਦਾ ਨਾਂ ਨਸ਼ਰ ਕੀਤਾ ਗਿਆ ਕਿ ਉਹ ਹਿੰਦੁਸਤਾਨ ਦੀ ਰਾਜ ਏਜੰਸੀ ਦੇ ਏਜੰਟੀ ਦੇ ਤੌਰ ਤੇ ਕੰਮ ਕਰਦੇ ਆ, ਤੇ ਇੱਥੇ ਉਹਨਾਂ ਦੇ ਨਾਂ ਤੇ ਜਿਹੜੇ ਨੌਜਵਾਨ ਸੀਗੇ ਉਹ ਅੰਦਰ ਕੀਤੇ ਗਏ, ਉਹਨਾਂ ਦੇ ਪਰਚੇ ਦਰਜ ਕੀਤੇ, ਕੇਸ ਪਾਏ ਗਏ। ਸੋ ਇਹ ਇੱਕ ਛੜਯੰਤਰ ਹੈ, ਮੈਂ ਸਮਝਣਾ ਕਿ ਬਾਹਰ ਬੈਠੇ ਐਸੇ ਲੋਕ ਨੇ ਜਿਹੜੇ ਜਾਣਬੁੱਝ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਆ, ਨੌਜਵਾਨਾਂ ਨੂੰ ਇਨਵੋਲਵ ਕਰਦੇ ਆ, ਉਹਨਾਂ ਦੇ ਪਰਚੇ ਦਰਜ ਹੁੰਦੇ ਆ, ਤੇ ਸਾਨੂੰ ਇਸ ਗੱਲ ਲਈ ਬਦਨਾਮ ਕੀਤਾ ਜਾਂਦਾ। ਮੈਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਜਿੰਨੇ ਪੈਨਲਸ ਨੇ ਸਾਰਿਆਂ ਦਾ ਦੁੱਖ ਸਾਡਾ ਸਾਂਝਾ, ਉਹ ਅਕਾਲ ਤਖਤ ਸਾਹਿਬ ਨੇ। ਠੀਕ ਹੈ, ਮੈਂ ਪ੍ਰਿਤਪਾਲ ਜੀ ਤੋਂ ਪੁੱਛਦਾ, ਪ੍ਰਿਤਪਾਲ ਜੀ ਇਹ ਗੱਲ ਨਾਲ ਸਹਿਮਤ ਹੋਵੋਗੇ ਵੀ ਪਹਿਲਾਂ ਵਰਗਲਾਇਆ ਜਾਂਦਾ, ਫਿਰ ਉਕਸਾਇਆ ਜਾਂਦਾ, ਫਿਰ ਉਹੀ ਧਰਾਵਾਂ 'ਚ ਉਹਨਾਂ ਪਰਚਿਆਂ ਦੇ ਵਿੱਚ ਸਾਨੂੰ ਫਸਾਇਆ ਜਾਂਦਾ ਜਿਨ੍ਹਾਂ ਦੇ ਵਿੱਚ ਸਾਡੀਆਂ ਰਾਜਸੀ ਧਿਰਾਂ ਆਪਣੇ ਮਫਾਦ ਕਰਕੇ ਆਲਰੇਡੀ ਕਿਸੇ ਨਾ ਕਿਸੇ ਕਰਕੇ ਫਸੀਆਂ ਹੁੰਦੀਆਂ ਨੇ? ਨਹੀਂ ਪ੍ਰਿਤਪਾਲ ਜੀ, ਮੈਂ ਉਹੀ ਸਵਾਲ ਪ੍ਰਿਤਪਾਲ ਜੀ ਨੂੰ ਪਾ ਰਿਹਾ ਨਾ, ਤਾਂ ਹੀ ਪਿਛਲੇ ਸਮੇਂ 'ਚ ਕੁਝ ਵਾਪਰਿਆ, ਜੇ ਪਿਛਲੇ ਅਸੀਂ ਕਾਲੇ ਦੌਰ ਦੇ ਪੰਜਾਬ ਦੀ ਗੱਲ ਕਰ ਲਈਏ ਤੇ ਹੋਇਆ ਕੀ ਸੀਗਾ ਕਿ ਉਹੀ ਸਾਡੇ ਪੁਲਿਸ ਵਾਲੇ ਜਿਹੜੇ ਆ ਉਹ ਦਿਨੇ ਨਹੀਂ ਗਰੇਵਾਲ ਸਾਹਿਬ, ਜੇ ਕਿਸੇ ਦੇ ਗੋਡੇ ਲੱਗੇ, ਜੇ ਗਿੱਟੇ ਲੱਗੇ, ਗੱਲ ਇਹ ਹੈ ਵੀ ਸਾਡੇ ਕੁਝ ਜਿਹੜੇ ਉਹ ਇੱਛਾ ਦੇ ਲੋਕ ਸੀ ਜਿਹੜੇ ਕਿ ਆਪਣੀਆਂ ਕੁਰਸੀਆਂ ਚਾਹੁੰਦੇ ਸੀ, ਆਪਣੀ ਚੌਧਰਾਂ ਚਾਹੁੰਦੇ ਸੀ, ਸਾਡੇ ਹਾਕਮਾਂ ਨੇ ਸਾਨੂੰ ਮਾਰਿਆ, ਕੁਝ ਚੁਣਿੰਦਾ ਸਾਡੇ ਕੌਮ ਦੇ ਮਾੜੇ ਅਗਵਾਈਕਾਰਾਂ ਨੇ ਸਾਨੂੰ ਮਾਰਿਆ। ਪ੍ਰਿਤਪਾਲ ਜੀ, ਮੈਂ ਤੁਹਾਡੇ ਤੋਂ ਜਿਹੜਾ ਸਵਾਲ ਪੁੱਛ ਰਿਹਾ ਸੀ ਉਹਦਾ ਜਵਾਬ ਮੈਂ ਤੁਹਾਡੇ ਤੋਂ ਜ਼ਰੂਰ ਚਾਹੁੰਦਾ। ਇੱਕ ਗੱਲ ਨੂੰ ਜ਼ਰੂਰ ਡਿਸਕ੍ਰਾਈਬ ਕਰਿਓ ਕਿ UAPA ਤੇ TADA ਦੇ ਵਿੱਚ ਤੁਸੀਂ ਫਰਕ ਕੀ ਸਮਝਦੇ ਹੋ? ਦੇਖੋ ਆਪਣਾ ਨਵਜੋਤ ਜੀ, ਬੜੀ ਵਧੀਆ ਗੱਲ ਹੋ ਰਹੀ ਹੈ, ਡਿਬੇਟ ਹੋ ਰਹੀ ਹੈ ਇਸ ਇਸ਼ੂ ਦੇ ਉੱਪਰ। ਮੈਂ ਪਹਿਲਾਂ ਵੀ ਇੱਕ ਗੱਲ ਆਖੀ ਆ ਕਿ ਕੋਈ ਵੀ ਬੇਦੋਸ਼ਾ ਆਦਮੀ ਇਹਨਾਂ ਕਾਨੂੰਨਾਂ ਦੇ ਤਹਿਤ ਆ ਕੇ ਉੱਤੇ ਕੋਈ ਜ਼ੁਲਮ ਤੇ ਉਸ ਦੇ ਖਿਲਾਫ ਅਸੀਂ ਪਹਿਲੇ ਦਿਨ ਤੋਂ ਹੀ ਆ। ਦੇਖੋ ਇਹ ਤੁਸੀਂ ਗੱਲ ਕਹਿਤੀ, ਤੁਸੀਂ ਇਹ ਵੀ ਕਹਿਤਾ ਬਾਰ-ਬਾਰ ਕਿ ਠੀਕ ਹੈ ਇੱਥੇ ਗਿਣਤੀ ਘੱਟ ਹੈ ਔਰ ਕਿਸੇ ਬੇਦੋਸ਼ੇ, ਪਰ ਮੈਂ ਕਹਿ ਰਿਹਾ ਵੀ ਜਦੋਂ ਬੰਦੇ ਨੂੰ ਦੋਸ਼ੀ ਮੰਨਣ ਲਈ ਉਹਦੇ ਪੈਮਾਨੇ ਹੀ ਆਪ ਹੀ ਤੈਅ ਕਰਨੇ ਆ, ਆਪ ਹੀ ਮੰਨ ਲੈਣਾ ਹੈ, ਦੂਸਰੇ ਕੋਲੇ ਕੋਈ ਪਾਰ ਨਹੀਂ, ਕੋਈ ਸਟੇਟ ਦੀ ਦਖਲ ਨਹੀਂ, ਫਿਰ ਬੰਦੇ ਦਾ ਅਧਿਕਾਰ ਕਿੱਥੇ ਰਹਿ ਜਾਂਦਾ ਉਹਦੇ ਵਿੱਚ? ਮੈਂ ਉਹੀ ਗੱਲ ਕਰ ਰਿਹਾ, ਮੈਂ ਇੱਕ ਪਾਸੇ ਪੰਜਾਬ ਨੂੰ ਰੱਖ ਰਿਹਾ, ਇੱਕ ਪਾਸੇ ਪੂਰੇ ਹਿੰਦੁਸਤਾਨ ਨੂੰ ਰੱਖ ਰਿਹਾ, ਇਸੇ ਗੱਲ ਕਰਕੇ ਕਿ ਪੰਜਾਬ ਦੇ ਵਿੱਚ ਜਿਹੜੇ ਟੈਰਰਿਸਟ ਐਕਟੀਵਿਟੀਜ਼ ਦੇ ਨਾਲ ਕਿਤੇ ਨਾ ਕਿਤੇ ਸੰਬੰਧ ਜੁੜੇ ਨੇ, ਉਹਨਾਂ ਲੋਕਾਂ ਦੇ ਉੱਪਰ ਹੀ ਇਹ ਕਾਨੂੰਨ ਦੀ ਵਰਤੋਂ ਕੀਤੀ ਗਈ ਹੈ, ਦੂਜਿਆਂ ਦੇ ਨਹੀਂ ਕੀਤੀ ਗਈ। ਮੈਂ ਨੰਬਰ ਆਫ ਰੇਸ਼ੀਓਜ਼ ਇਸੇ ਲਈ ਬਾਰ-ਬਾਰ ਕਹਿ ਰਿਹਾ ਕਿ ਮੈਂ ਉਹ ਨੰਬਰਸ ਤਾਂ ਦੱਸਦਾ ਪਿਆ ਇਹਨਾਂ ਨੂੰ, ਕਿਉਂਕਿ ਕਿਤੇ ਹੁਣੇ ਮੇਰੇ ਕੁਲਤਾਰ ਸੰਧਵਾ ਉਹਨਾਂ ਨੇ ਵੀ ਉਹੀ ਗੱਲ ਆਖੀ ਕਿ ਜੇ ਕੋਈ ਕਿਤਾਬ ਬੰਬ ਥੋੜਾ ਬਣ ਗਈ, ਜੇ ਜਾਮੀਆ ਇਸਲਾਮੀਆ ਦੇ ਸਟੂਡੈਂਟਸ ਨੇ ਪ੍ਰੋਟੈਸਟ ਕੀਤਾ CA ਦੇ ਖਿਲਾਫ ਤਾਂ ਉਹਨਾਂ ਦੇ ਉੱਪਰ UAPA ਲੱਗ ਗਿਆ। ਇੱਕ ਪ੍ਰੈਗਨੈਂਟ ਲੇਡੀ ਹੈ ਸਾਰਾ ਜਰਵਾਰ, ਉਹਦੇ ਉੱਪਰ ਲੱਗ ਗਿਆ, ਉਹ ਕੀ ਕਰ ਲੂਗੀ ਜੀ? ਕਿਹੜੀ ਐਂਟੀ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਆ ਗਈਆਂ ਨੇ ਉਹ? ਮੈਂ 2 ਬੰਦਿਆਂ ਨੇ ਐਗਜ਼ਾਮਪਲ ਦਿੱਤੀ ਦਿੱਲੀ ਦੰਗਿਆਂ ਦੇ ਵਿੱਚ। ਮੈਂ ਪ੍ਰਿਤਪਾਲ ਜੀ ਇੱਕ ਮਿੰਟ ਰੋਕਣਾ ਚਾਹੁੰਦਾ, ਮੈਂ ਹਾਕਮ ਜਿਹੜੀ ਜਮਾਤ ਹੈ ਕੇਂਦਰ ਦੇ ਵਿੱਚ ਉਹਨਾਂ ਤੋਂ ਇੱਕ ਮਹਿਮਾਨ ਜਿਹੜੇ ਬੁਲਾਰੇ ਸਾਡੇ ਨਾਲ SS ਚੰਨੀ ਸਾਹਿਬ ਜੁੜੇ। ਚੰਨੀ ਸਾਹਿਬ, ਤੁਸੀਂ ਸਮਾਂ ਥੋੜਾ ਘੱਟ ਹੈ, ਦੇਰੀ ਨਾਲ ਜੁੜੇ ਆ, ਮੈਂ ਬਹੁਤ ਘੱਟ ਲਫ਼ਜ਼ਾਂ 'ਚ ਸਵਾਲ ਪੁੱਛਦਾ ਆ ਤੁਹਾਡੇ ਤੋਂ। UAPA ਦੇ ਬਾਰੇ ਜਾਣਨਾ ਚਾਹੂੰਗਾ। ਤੁਹਾਡੀ ਕੋ ਪੈਨਲਿਸਟ ਸਾਰੇ ਇਸ ਦਾ ਵਿਰੋਧ ਕਰ ਰਹੇ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਕਿ ਬਹੁਤ ਮਾੜੀ ਹੈ, ਇਹ ਜਮਹੂਰੀ ਢਾਂਚੇ ਦੇ ਵਿੱਚ ਇਹ ਰਾਜਾਂ ਦੇ ਅਧਿਕਾਰ ਦੇ ਉੱਤੇ ਵੀ ਡਾਕਾ ਹੈ ਤੇ ਘੱਟ ਗਿਣਤੀਆਂ ਲਈ ਵੀ ਖਤਰਾ। ਦੇਖੋ ਜਿਹੜਾ ਇਹ ਐਕਟ ਹੈਗਾ ਇਹ ਪਾਰਲੀਮੈਂਟ ਦਾ ਪਾਸਡ ਐਕਟ ਹੈਗਾ ਔਰ ਕੋਈ ਨਵਾਂ ਐਕਟ ਨਹੀਂ ਹੈਗਾ, ਕਾਫੀ ਪੁਰਾਣਾ ਐਕਟ ਹੈਗਾ। 67 ਦੇ ਵਿੱਚ ਪਾਸ ਹੋਇਆ ਸੀ, ਫਿਰ ਇਹਦੇ ਵਿੱਚ ਅਮੈਂਡਮੈਂਟਸ ਹੋਈਆਂ ਨੇ। ਤੋ ਜਿਹੜਾ ਇਹ ਸੈਂਟਰਲ ਐਕਟ ਹੈਗਾ ਉਹਦੇ ਤਹਿਤ ਮੇਰਾ ਖਿਆਲ ਨਹੀਂ ਹੈਗਾ ਕਿ ਕੋਈ ਫੈਡਰਲਿਜ਼ਮ ਦੇ ਵਿੱਚ ਕੋਈ ਖਤਰਾ ਹੈਗਾ, ਔਰ ਮੇਨਲੀ ਇਹ ਡੀਲਸ ਵਿਦ ਦੀ ਸੋਵਰਨਟੀ ਆਫ ਇੰਡੀਆ, ਔਰ ਜਿਹੜੀਆਂ ਕੋਈ ਵਿਦੇਸ਼ੀ ਤਾਕਤਾਂ ਨੇ ਜਾਂ ਕੋਈ ਵਿਦੇਸ਼ੀ ਤਾਕਤਾਂ ਦੇ ਹੱਥਾਂ ਦੇ ਵਿੱਚ ਸਾਡੇ ਭੋਲੇ ਭਾਲੇ ਜਾਂ ਕੋਈ ਵੀ ਬੰਦੇ ਖੇਲਦੇ ਨੇ, ਉਹਨਾਂ ਨੂੰ ਚੈੱਕ ਕਰਨ ਵਾਸਤੇ ਐਕਟ ਹੈਗਾ। ਸੋ ਆਈ ਡੋਂਟ ਥਿੰਕ ਵੀ ਕੋਈ ਫੈਡਰਲਿਜ਼ਮ ਨੂੰ ਖਤਰਾ ਹੈਗਾ ਇਸ ਐਕਟ ਤੋਂ। ਔਰ ਅਲਟੀਮੇਟਲੀ ਹੁਣ ਤਾਂ ਅਸੀਂ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਦੀ ਲੰਘ ਰਹੇ ਹਾਂ, ਚਾਹੇ ਪਾਕਿਸਤਾਨ ਹੈ, ਚਾਹੇ ਚਾਈਨਾ ਹੈਗਾ, ਜਾਂ ਜਿਵੇਂ ਉਹ ਜਿਹੜੇ ਸਿੱਖਸ ਫਾਰ ਜਸਟਿਸ ਨੇ, ਫਿਰ ਉਹ ਰੈਫਰੈਂਡਮ ਕਰ ਰਹੇ ਨੇ ਖਾਲਿਸਤਾਨ ਦਾ, ਹੋਰ ਬਹੁਤ ਕੁਝ ਹੋ ਰਿਹਾ। ਤੋ ਜੇ ਸਾਡੇ ਕੋਲ ਕੋਈ ਲਾਅ ਨਹੀਂ ਹੋਏਗਾ ਤਾਂ ਅਸੀਂ ਕਿਸੇ ਚੀਜ਼ ਨੂੰ ਚੈੱਕ ਨਹੀਂ ਕਰ ਸਕਾਂਗੇ, ਔਰ ਕੋਈ ਵੀ ਜਿਹੜਾ ਲਾਅ ਹੈਗਾ ਉਹਨੂੰ
ਉਹਦੀ ਪ੍ਰੋਪਰ ਇੰਪਲੀਮੈਂਟੇਸ਼ਨ ਹੋਵੇ। ਉਹਦੇ ਵਾਸਤੇ ਜਿਹੜੇ ਸਾਡੇ ਚੰਨੀ ਸਾਹਿਬ ਜਿਹੜੇ fundamental rights ਤਮਾਮ ਨੇ, ਅੱਜ ਜਾਂ ਵਿਰੋਧ ਸਾਡੀ Supreme ਪ੍ਰਦਰਸ਼ਨ Court ਹੈ, ਹੋਇਆ, ਉਹਨਾਂ ਦੇ ਉਹਦੇ ਵਿੱਚੋਂ ਵਿੱਚ ਤਕਰੀਰਾਂ ਚੋਂ ਨਿਕਲੀਆਂ ਹੋਈਆਂ ਗੱਲਾਂ ਨੇ, ਉਹਨਾਂ ਦੇ ਵਿੱਚੋਂ ਨਿਕਲਦੇ ਹੋਏ ਸਵਾਲ ਇਹ ਨੇ ਕਿ ਅਨਲਾਫੁਲ ਐਕਟੀਵਿਟੀਜ਼ ਮੰਨੀਆਂ ਕਿੱਦਾਂ ਜਾਣਗੀਆਂ, ਉਹਨਾਂ ਨੂੰ ਕਿੱਦਾਂ ਜਿਹੜਾ ਹੈ ਉਹਨਾਂ ਨੂੰ ਇਹ ਮੀਟਰ ਦੇ ਵਿੱਚ ਲਿਆਂਦਾ ਜਾਊਗਾ ਕਿ ਇਹ ਜਿਹੜੀ ਐਕਟੀਵਿਟੀ ਹੈ ਇਹ ਅਨਲਾਫੁਲ ਹੈ। ਉਹ ਸਵਾਲ ਇਹ ਵੀ ਹੈ ਵੀ ਅਸੀਂ ਇਸ ਚੀਜ਼ ਨੂੰ ਵੀ ਡਿਫਾਈਨ ਕਰਨਾ ਹੈ ਕਿ ਇੱਕ ਪਾਸੇ ਐਕਸਟ੍ਰੀਮਿਜ਼ਮ ਹੈ, ਇੱਕ ਪਾਸੇ ਟੈਰਰਿਜ਼ਮ ਹੈ। ਜੇ ਅਸੀਂ ਦੋਨਾਂ ਨੂੰ ਕਲੈਬ ਕਰਤਾ ਉਹਦੇ ਵਿੱਚ ਤਾਂ ਫਿਰ ਜਿਹੜਾ ਆਪਾਂ ਤੁਸੀਂ ਕਹਿ ਰਹੇ ਹੋ ਕਿ ਨਹੀਂ ਕੋਈ ਅਧਿਕਾਰਾਂ ਨੂੰ ਖਤਰਾ ਨਹੀਂ, ਕੋਈ ਫੈਡਰਲਿਜ਼ਮ ਖਤਰਾ ਨਹੀਂ, ਉੱਥੇ ਤਾਂ ਬੰਦੇ ਨੂੰ ਬੋਲਣ ਦਾ ਆਜ਼ਾਦੀ ਹੈ, ਕੋਈ ਵੀ ਆਪਣੇ ਵਿਚਾਰ ਪ੍ਰਗਟਾ ਸਕਦਾ। ਪਰ ਜੇ ਉਹ ਵੀ ਅਨਲਾਫੁਲ ਐਕਟੀਵਿਟੀ ਮੰਨੀ ਜਾਊਗੀ, ਦੇਖੋ ਜਿਹੜਾ ਆਰਟੀਕਲ 19 ਹੈ ਆਫ ਦੀ ਕਨਸਟੀਟਿਊਸ਼ਨ ਵਿਚ ਪਰਮਿਟਸ ਫਰੀडम ਆਫ ਐਕਸਪ੍ਰੈਸ਼ਨ ਐਂਡ ਜੋ ਵੀ ਆਪਾਂ ਗੱਲਬਾਤ ਕਹਿੰਦੇ ਸਾਨੂੰ ਅਧਿਕਾਰ ਹੈਗਾ, ਡੈਮੋਕ੍ਰੈਟਿਕ ਰਾਈਟ ਹੈ, ਫੰਡਾਮੈਂਟਲ ਰਾਈਟ ਹੈ। ਪਰ ਕੋਈ ਵੀ ਰਾਈਟ, ਫੰਡਾਮੈਂਟਲ ਰਾਈਟਸ ਜਿੰਨੇ ਵੀ ਹੈਗੇ ਨੇ ਉਹ ਐਬਸੋਲੂਟ ਨਹੀਂ ਹੈਗੇ। ਐਬਸੋਲੂਟ ਦਾ ਮਤਲਬ ਹੈ ਵੀ ਉਹ ਉਹਨਾਂ ਤੇ ਸਾਰਿਆਂ ਤੇ ਉਹ ਕੁਆਲੀਫਾਈਡ ਰਾਈਟਸ ਨੇ, ਤਾਂ ਕਿ ਕੋਈ ਉਹਦੇ ਤੇ ਚੈੱਕ ਐਂਡ ਬੈਲੈਂਸ ਹੈ। ਚਲੋ ਮੇਰਾ ਜਿਹੜਾ ਰਾਈਟ ਹੈ, ਮੰਨ ਲਓ ਮੈਂ ਜਿਸ ਬੰਦੇ ਨੂੰ ਮਰਜ਼ੀ ਜਾਂ ਆਪਣੇ ਮੁਲਕ ਨੂੰ ਜਾਂ ਕੁਛ ਨੂੰ ਮਾੜਾ ਚੰਗਾ ਕਹਾਂ ਜਾਂ ਗਾਲਾਂ ਕੱਢਾਂ, ਉਹ ਜਿਹੜਾ ਮੇਰਾ ਰਾਈਟ ਹੈ ਉਹ ਕਿਸੇ ਦੀ ਡਿਊਟੀ ਹੈ। ਜਿਹੜਾ ਅਗਲਾ ਹੈ ਉਹਦਾ ਜਿਹੜਾ ਰਾਈਟ ਹੈ ਉਹ ਮੇਰੀ ਡਿਊਟੀ ਹੈ। ਸੋ ਕੋਈ ਰਾਈਟ ਐਬਸੋਲੂਟ ਸਾਡਾ ਕਨਸਟੀਟਿਊਸ਼ਨ ਵੀ ਨਹੀਂ ਦਿੰਦਾ, ਨਾ ਹੀ ਕੋਈ ਕੋਰਟ ਇਸ ਚੀਜ਼ ਨੂੰ ਮੰਨਦੀ ਹੈ ਵੀ ਹਰ ਕੋਈ। ਜੀ ਸੰਧਵਾ ਸਾਹਿਬ, ਚੰਨੀ ਸਾਹਿਬ ਦੀ ਤਕਰੀਰ ਨਾਲ ਇਤਫਾਕ ਰੱਖਦੇ ਹੋ, ਸਹਿਮਤ ਹੋ ਜੋ ਤਰਕ ਦੇ ਰਹੇ ਆ ਚੰਨੀ ਸਾਹਿਬ? ਦੇਖੋ ਜੀ, ਕਾਨੂੰਨ ਤਾਂ ਦੇਸ਼ ਦੇ ਵਿੱਚ ਬੜੇ ਆਲਾ ਬਣੇ ਨੇ, ਬੜੇ ਉਮਦਾ ਬਣੇ ਨੇ, ਪਰ ਇਹ ਤਾਂ ਕੋਈ ਕਾਨੂੰਨ ਨਾ ਹੋਇਆ ਵੀ ਤੁਹਾਡੇ ਕੋਲ ਅਪੀਲ ਦਲੀਲ ਹੀ ਕੋਈ ਨਹੀਂ ਹੈ। ਹੁਣ ਤੁਸੀਂ ਦੇਖੋ ਦਿੱਲੀ ਦੇ ਵਿੱਚ ਐਂਟੀ-ਸੀਏ ਪ੍ਰੋਟੈਸਟ ਹੋਇਆ, ਉੱਥੇ ਇੱਕ ਭੱਦਰ ਪੁਰਸ਼ ਲੰਗਰ ਵਰਤਾ ਗਿਆ, ਉਹਦੇ ਤੇ UAPA ਲਾਤਾ। ਮਤਲਬ ਇਹ ਕਿਹੜੇ ਦੇਸ਼ ਨੂੰ ਖਤਰਾ ਸੀਗਾ ਜੀ ਇਹਦਾ ਲੰਗਰ ਵਰਤਾਉਣਾ? ਤੁਸੀਂ ਦਿੱਲੀ ਦੇ ਵਿੱਚ ਆ ਹੁਣੇ, ਮੈਂ ਕੱਲੀ ਸਿੱਖਾਂ ਦੀ ਗੱਲ ਨਹੀਂ ਕਰਦਾ, ਸਿੱਖ ਤਾਂ ਬਣੇ ਹੀ ਤਲੀ ਦੇ ਧਰ ਕੇ ਜਿਉਣ ਵਾਸਤੇ ਆ, ਲੋਕਾਂ ਦੀ ਖਾਤਰ ਕੁਰਬਾਨੀਆਂ ਵਾਸਤੇ। ਸਾਨੂੰ ਕੋਈ ਇਹਦੇ ਨਾਲ ਬੜਾ ਫਰਕ ਨਹੀਂ ਪੈਣਾ। ਪਰ ਸਿਤਮ ਤਰੀਫੀ ਉਦੋਂ ਆ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਆਪਦੇ ਹੱਕਾਂ ਦੀ ਤਰਜਮਾਨੀ ਕਰਨਾ ਸੀ ਉੱਥੇ ਭੇਜਿਆ, ਉਹ ਹੀ ਤਲਵਾਰ, ਮਤਲਬ ਤਲਵਾਰ ਉਹਨਾਂ ਦੇ ਹੱਥ 'ਚ ਫੜੀ ਹੈ, ਮਤਲਬ ਘੁਆੜੇ ਦਾ ਦਸਤਾ ਹੀ ਉਹ ਬਣ ਗਿਆ। ਤੁਸੀਂ ਦਿੱਲੀ, ਹੁਣ ਦੂਜੀ ਗੱਲ ਦੇਖ ਲਈ ਆਪਾਂ, ਇਹ ਮਤਲਬ ਮਿਸਯੂਜ਼ ਹੋ ਰਿਹਾ ਪੋਲੀਟੀਕਲੀ, ਲੋਕਾਂ ਨੂੰ ਸਪਰੈਸ ਕਰਨਾ ਸੀ ਵੀ ਆਪ ਦੀ ਜਿਹੜੀ ਫੈਸਲੇ ਆ ਉਹਨਾਂ ਨੂੰ। ਇੱਕ ਡਰਾਫਟ ਇੱਕ ਆਇਆ ਸੀ এনवायरमेंट ਇੰਪੈਕਟ ਏਜੰਸੀ ਦਾ, ਕਿ ਡਰਾਫਟ ਮਤਲਬ ਆਇਆ ਸੀਗਾ ਨਵਾਂ, ਜਿਹੜੇ ਇੰਡਸਟਰੀਆਂ ਲਾਉਣੀਆਂ ਉਹਨੂੰ ਉਹਦੇ ਖਿਲਾਫ ਇੱਕ ਮੁਹਿੰਮ ਚੱਲ ਰਹੀ ਸੀ। ਉਹਦੇ ਤਾਂ ਕੋਈ ਖਾਲਿਸਤਾਨੀ ਨਹੀਂ ਸੀ, ਉਹਦੇ 'ਚ ਕੋਈ ਕਿਸੇ ਹੋਰ ਵੱਖਵਾਦੀ ਨਹੀਂ ਸੀ। ਉਹਨਾਂ ਬੱਚਿਆਂ ਦੇ ਉੱਤੇ UAPA ਦੇ ਅਧੀਨ ਦਿੱਲੀ ਪੁਲਿਸ ਨੇ ਨੋਟਿਸ ਭੇਜਤਾ ਉਹਨਾਂ ਨੂੰ ਵੀ ਤੁਸੀਂ ਆਵਾਜ਼ ਨਹੀਂ ਉਠਾ ਸਕਦੇ। ਇਹ ਤੇ ਸਿਰਫ ਗੈਗ ਕਰਨ ਵਾਸਤੇ, ਲੋਕਾਂ ਨੂੰ ਡਰਾਉਣ ਵਾਸਤੇ ਮੋਦੀ ਸਰਕਾਰ ਕਰ ਰਹੀ ਹੈ। ਔਰ ਦੁੱਖ ਦੀ ਗੱਲ ਇਹ ਹੈ ਵੀ ਸਾਡੇ ਜਿਹੜੇ ਮਤਲਬ ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਨੀ ਹੈ, ਜਿਨ੍ਹਾਂ ਨੇ ਪੰਥ ਦੇ ਹੱਕਾਂ ਦੀ ਤਰਜਮਾਨੀ ਕਰਨੀ ਹੈ, ਉਹ ਲੋਕ ਉਹ ਤੇ ਸਿਗਨੇਟਰੀ ਨੇ। ਮਤਲਬ ਕਮਾਲ ਦੀ ਗੱਲ ਹੈ। ਇਹ ਅਕਾਲੀ ਦਲ ਬਾਦਲ ਚੁੱਪ ਕੀਤਾ ਬੈਠਾ ਦਿੱਲੀ ਦੇ ਵਿੱਚ। ਇਹ ਭਾਈਵਾਲ ਨੇ, ਲੋਕ ਤਵੱਕੋ ਕਰਦੇ ਇਹਨਾਂ ਤੋਂ, ਬਾਦਲ ਦਲ ਤੋਂ। ਤੇ ਬਾਕੀ ਢਾਲੀਵਾਲ ਸਾਹਿਬ, ਮੈਂ ਤੁਹਾਡੀਆਂ 2-3 ਡਿਬੇਟਾਂ ਦੇਖੀਆਂ, ਧੰਨ ਆ ਤੁਹਾਨੂੰ ਜੰਮਣ ਵਾਲੀ ਮਾਂ, ਤੇ ਧੰਨ ਹੋ ਤੁਸੀਂ ਜਿਹੜੇ ਇੰਨੇ ਵਧੀਆ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੀ ਗੱਲ ਕਰ ਰਹੇ ਹੋ, ਇਨਸਾਫ ਦੀ ਗੱਲ ਕਰ ਰਹੇ ਹੋ, ਭਾਰਤ ਦੇ ਲੋਕਾਂ ਦੀ ਗੱਲ ਕਰ, ਮਤਲਬ ਬਹੁਤ ਵਧੀਆ, ਬੜਾ ਮਨ ਖੁਸ਼ ਹੁੰਦਾ। ਸੰਧਵਾ ਸਾਹਿਬ, ਮੈਂ ਮਸ਼ਕੂਰ ਹਾਂ ਤੁਹਾਡੀ ਇਸ ਦਾਤ ਦਾ। ਪ੍ਰਿਤਪਾਲ ਜੀ, ਜਿਹੜੀ ਤੁਸੀਂ ਗੱਲ ਰੱਖਣਾ ਚਾਹ ਰਹੇ ਸੀ, ਹਾਲਾਂਕਿ ਮੈਨੂੰ ਲੱਗਦਾ ਕਿ ਸੰਧਵਾ ਸਾਹਿਬ ਨੇ ਰੱਖੀ ਹੈ, ਪਰ ਫਿਰ ਜੇ ਕੁਝ ਕਹਿਣਾ ਚਾਹੁੰਦੇ ਤਾਂ ਅਖੀਰ ਦੇ ਵਿੱਚ। ਮੈਂ ਉਹੀ ਕਹਿ ਰਿਹਾ ਕਿ ਮੈਂ ਚੰਨੀ ਸਾਹਿਬ ਨੂੰ ਪੁੱਛਣਾ ਚਾਹੁੰਦਾ, এনवायरमेंट ਇੰਪੈਕਟ ਅਸੈਸਮੈਂਟ ਆ ਰਹੀ ਹੈ 2020, ਔਰ ਇਸ ਵੈਬਸਾਈਟ ਨੂੰ ਹੀ ਬੰਦ ਕਰਤਾ ਗਿਆ। ਵੈਬਸਾਈਟ ਤੇ ਕੀ ਸੀ ਕਿ ਬਿਲਡਰਸ ਨੂੰ ਰਿਆਇਤਾਂ ਦਿੱਤੀਆਂ ਜਾ ਰਹੀਆਂ ਤੇ এনवायरमेंट ਖਤਮ ਕੀਤਾ ਜਾਂਦਾ, ਉਹਦਾ ਵਿਰੋਧ ਕਰ ਰਹੇ ਸੀਗੇ। ਹੁਣ ਮੈਨੂੰ ਇਹ ਦੱਸ ਦੇਣ ਕਿਹੜੇ ਕਾਨੂੰਨ ਦੀ ਤੇ ਕਿਹੜੇ ਦੇਸ਼ ਦੀ ਉਹ ਟੈਰਰਿਜ਼ਮ ਫੈਲਾ ਰਹੇ ਆ? ਜੇ ਆਪਦਾ ਵਾਤਾਵਰਨ ਬਚਾਉਣਾ, ਇੱਕ ਦੇਸ਼ ਦੇ ਖਿਲਾਫ ਆਵਾਜ਼ ਚੁੱਕਣੀ ਅਨਫੁੱਲ ਐਕਟੀਵਿਟੀ ਹੈ, ਤਾਂ ਫਿਰ ਉਸੇ ਚੀਜ਼ ਦੀ ਤਾਂ ਮੈਂ ਗੱਲ ਕਰ ਰਿਹਾ ਸੀ। ਆંકੜੇ ਇਸੇ ਕਰਕੇ ਪੇਸ਼ ਕਰ ਰਹੇ ਸੀ, ਇਸੇ ਕਰਕੇ ਤਾਂ ਇਸੇ ਕੰਟੈਕਸਟ ਦੇ ਵਿੱਚ ਮੈਂ ਬਾਰ-ਬਾਰ ਗੱਲ ਕੀਤੀ ਸੀ, ਤਾਂ ਹੀ ਮੈਂ ਚੰਨੀ ਸਾਹਿਬ ਨੂੰ ਸਵਾਲ ਪਾਇਆ ਸੀ ਵੀ ਸਾਨੂੰ ਐਕਸਟ੍ਰੀਜ਼ਮ ਤੇ ਟੈਰਰਿਜ਼ਮ ਦੇ ਵਿੱਚ ਫਰਕ ਦੇਖਣਾ ਹੋਊਗਾ। ਚੰਨੀ ਸਾਹਿਬ, ਇਸ ਗੱਲ ਨਾਲ ਤਾਂ ਸਹਿਮਤ ਹੋਵੋਗੇ ਤੁਸੀਂ? ਹਾਂ, ਦੇਖੋ ਇਹ ਜਿਹੜੀ ਗੱਲ, ਜੇ ਮੰਨ ਲਓ ਕੋਈ ਗੱਲ ਇਦਾਂ ਦੀ ਹੈਗੀ ਹੈ, ਦੇਖੋ ਕੋਈ ਲਾਅ ਤਾਂ ਪਾਰਲੀਮੈਂਟ ਨੇ ਪਾਸ ਕੀਤਾ ਹੈ, ਪਰ ਉਹਦੀ ਲਾਅ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈਗੀ ਹੈ, ਵਾਕਿਆ ਵੀ ਉਹ ਲਾਅ ਇਟ ਵਿਲ ਵੇਰੀ ਫਰਾਮ ਕੇਸ ਟੂ ਕੇਸ, ਵੀ ਕਿਹੜੇ ਕੇਸ ਦੇ ਵਿੱਚ ਇਹ ਜਿਹੜਾ ਲਾਅ ਠੀਕ ਲਗਾਇਆ ਗਿਆ, ਜਿਹੜੇ ਸੈਕਸ਼ਨ ਲਗਾਏ ਗਏ ਨੇ ਜਾਂ ਕੇਸ ਰਜਿਸਟਰ ਕੀਤਾ ਗਿਆ,
ਔਰ ਜਿਹੜੀ ਸਾਡੀ ਜੁਡੀਸ਼ਰੀ ਹੈ, ਪਹਿਲਾਂ ਤਾਂ ਪੁਲਿਸ ਨੇ ਇਨਵੈਸਟੀਗੇਟ ਕਰਨਾ ਹੈ। ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਨੂੰ ਸੱਚ ਨਹੀਂ ਮੰਨਿਆ ਜਾਂਦਾ, ਕੋਈ ਕੋਰਟ ਨਹੀਂ ਸੱਚ ਮੰਨਦੀ। ਔਰ ਉਸ ਤੋਂ ਬਾਅਦ ਅਲਟੀਮੇਟਲੀ ਜਿਹੜੀ ਸਾਡੀ ਜੁਡੀਸ਼ਰੀ ਹੈ, ਜਿਹੜੀ ਇੰਡੀਪੈਂਡੈਂਟ ਹੈ, ਉਸ ਨੇ ਦੇਖਣਾ ਹੈ ਕਿ ਵਾਕਿਆ ਹੀ ਇਹ ਜਿਹੜਾ ਇਸ ਕੇਸ ਦੇ ਵਿੱਚ ਜਿਹੜੇ ਫੈਕਟ ਸੀਗੇ ਜਾਂ ਜਿਹੜੇ ਐਲੀਗੇਸ਼ਨ ਸੀਗੇ ਉਹਨਾਂ ਦੇ ਬੇਸ ਦੇ ਉੱਪਰ ਜਿਹੜਾ। ਪਰ ਚੰਨੀ ਸਾਹਿਬ, ਅਸੀਂ ਇਸ ਗੱਲ ਤੋਂ ਵੀ ਵਾਕਿਫ ਕਿ ਜੁਡੀਸ਼ਰੀ ਦੇ ਵਿੱਚ ਵੀ ਕੇਸ ਕਿੰਨਾ ਚਿਰ ਪੈਂਡਿੰਗ ਪਏ ਰਹਿੰਦੇ ਆ ਤੇ ਲੋਕ ਜਿਹੜਾ ਉਮਰ ਭੋਗ ਕੇ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਜਾਂਦੇ ਆ। ਪਹਿਲ ਦੇ ਆਧਾਰ ਦੇ ਉੱਤੇ ਹੀ ਜਦੋਂ ਅਸੀਂ ਨਿਆਂ ਪ੍ਰਣਾਲੀ ਦੇ ਵਿੱਚ ਨਿਆਂ ਦੀ ਤਵੱਕੋ ਜਾਂ ਆਸ ਨਹੀਂ ਰੱਖਾਂਗੇ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਤੇ ਮਜਬੂਰੀਆਂ ਜਿਹੜੀਆਂ ਨੇ ਉਹ ਹੋਰ ਚੀਜ਼ਾਂ ਨੂੰ, ਗਲਤ ਚੀਜ਼ਾਂ ਨੂੰ ਜਿਹੜੀਆਂ ਜ਼ਰੂਰ ਜਨਮ ਦਿੰਦੀਆਂ ਨੇ। ਤੁਹਾਡਾ ਸਭ ਦਾ ਮੈਂ ਧੰਨਵਾਦੀ ਹਾਂ, ਮਸ਼ਕੂਰ ਹਾਂ, ਤੁਸੀਂ ਆਏ, ਆਪੋ ਆਪਣੇ ਵਿਚਾਰ ਰੱਖੇ ਔਰ ਸਾਡੀ ਜਿਹੜੀ ਪ੍ਰੀਤ ਹੈ ਤੁਹਾਡੇ ਨਾਲ ਇਸੇ ਤਰੀਕੇ ਨਾਲ ਸੱਚ ਦੀ, ਹੱਕ ਦੀ, ਲੋਕ ਪੱਖ ਦੀ ਜਿਹੜੀ ਆ ਉਹ ਜ਼ਰੂਰ ਪਈ ਰਹੂਗੀ। ਫਿਰ ਕਿਸੇ ਹੋਰ ਇਸ਼ੂ ਨਾਲ ਜ਼ਰੂਰ ਜਿਹੜੀ ਹੈ ਇੱਕ ਵਾਰ ਜੁੜਾਂਗੇ। ਅੱਜ ਦੇ ਲਈ ਇੰਨਾ ਹੀ, ਧੰਨਵਾਦ। ਔਰ ਜੋ ਸਵਾਲ ਅਸੀਂ ਲੋਕਾਂ ਦੀ ਕਚਹਿਰੀ 'ਚ ਰੱਖਿਆ ਸੀ ਉਸ ਦੇ ਜਵਾਬ ਦੀ ਵਾਰੀ ਹੈ। ਸਵਾਲ ਸੀ ਕਿ UAPA ਤਹਿਤ ਸਿੱਖ ਨੌਜਵਾਨਾਂ ਨੂੰ ਫਸਾਇਆ ਜਾ ਰਿਹਾ, ਜੋ ਅੱਜ ਤਰ੍ਹਾਂ ਦੇ ਸਵਾਲ ਜਿਹੜੇ ਹੈ ਉਹ ਖੜੇ ਹੋਏ ਸੀ ਔਰ ਇਹ ਵੱਡਾ ਜਿਹੜਾ ਸੰਸਦ ਤੇ ਡਰ ਪ੍ਰਗਟਾਇਆ ਗਿਆ ਸੀ ਉਸ ਨੂੰ ਲੈ ਕੇ 83% ਲੋਕ ਹਾਂ 'ਚ ਜਵਾਬ ਦੇ ਰਹੇ ਆ ਕਿ ਬਿਲਕੁਲ ਇਹ ਗੱਲ ਹੈ ਤੇ 17% ਲੋਕ ਨਾ 'ਚ ਜਵਾਬ ਦੇ ਰਹੇ।